ਵਾਹਿਗੁਰੂ ਸਾਹਿਬ ਜੀ। ਬਿਸਨ ਪਾਦ ਸਿੰਧਵੀ ਤਰਹਿ ਦੂਜੀ, ਬੀਰਜ ਨਾਦ ਬਾਚ ਪ੍ਰਾਰਥਨਾ। ਸ੍ਰੀ ਸਰਬ ਲੋਹ ਜੂ ਪ੍ਰਤ ਸੋਲਹਾ, ਕੀਨੋ ਆਜ ਸਨਾਥ। ਨਾਥ ਮੋਹਿ ਦਰਸ ਦਿਖਾਇ, ਦੀਨੋ ਦਰਸ ਮੁਰਾਰ। ਤਾਪ ਤਨ ਸਗਲ ਮਿਟਾਇ, ਕੀਨੋ ਆਜ ਸਨਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੀਰਜ ਨਾਦ ਤੇ ਸਰਬਲੋ ਭਗਵਾਨ ਦਾ ਯੁੱਧ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਸਰਵਣ ਕਰਵਾ ਰਹੇ ਨੇ। ਬੀਰਜ ਨਾਦ ਦੇ ਮਨ ਵਿੱਚ ਫੁਰਨਾ ਉੱਠਿਆ ਏ ਕਿ ਹਰੀ ਦੇ ਗੁਣ ਮੈਂ ਕਦੇ ਗਾਏ ਨਹੀਂ, ਤੇ ਹਰੀ ਦੇ ਭਜਨ ਤੋਂ ਬਿਨਾ ਮੋਖ ਪਦਵੀ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਵਾਸਤੇ ਮੈਨੂੰ ਹਰੀ ਦੇ ਗੁਣ ਗਾਉਣੇ ਚਾਹੀਦੇ ਨੇ। ਐਸੀ ਮਨ ਵਿੱਚ ਭਾਵਨਾ ਬੀਰਜ ਨਾਦ ਨੇ ਰੱਖੀ ਹੈ ਤੇ ਅਕਾਲ ਪੁਰਖ ਪਰਮੇਸ਼ਰ ਦੇ ਗੁਣ ਗਾਉਣ ਵਾਸਤੇ ਤਿਆਰੀ ਕੀਤੀ ਹੈ। 2821 ਤੋਂ ਲੈ ਕਰਕੇ 2822 ਤੱਕ ਇਹ ਇੱਕ ਸ਼ਬਦ ਆਵੇਗਾ ਤੇ ਇਹਦੇ 16 ਛੰਦ ਹੋਣਗੇ। ਇਹਦਾ ਨਾਮ ਗੁਰੂ ਖਾਲਸਾ ਜੀ ਭਗਵਤ ਗੀਤਾ ਹੈ। ਭਗਵਾਨ ਦੇ ਗੀਤ ਗਾਏ ਨੇ ਬੀਰਜ ਨਾਦ ਨੇ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਉਸਤਤ ਕੀਤੀ ਹੈ। ਸਰਬਲੋ ਭਗਵਾਨ ਦੇ ਅੱਗੇ ਜੋਦੜੀਆਂ ਕੀਤੀਆਂ ਨੇ। ਜਿਵੇਂ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੇ ਬਚਨ ਨੇ ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਇਸੇ ਪ੍ਰਕਾਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਬੀਰਜ ਨਾਦ ਦੇ ਮੁਖ ਵਿੱਚ ਰੱਖ ਕਰਕੇ ਤੇ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ ਪਏ ਨੇ। ਆਓ ਪਿਆਰ ਦੇ ਨਾਲ ਸਰਵਣ ਕਰੀਏ। ਕੀਨੋ ਆਜ ਸਨਾਥ। ਸਤਿਗੁਰੂ ਸਾਹਿਬ ਜੀ ਪਹਿਲੇ ਬਿਸਨ ਪਦ ਸਿੰਧਵੀ ਤਰਹ ਦੂਜੀ। ਸਿੰਧਵੀ ਰਾਗ ਦੇ ਵਿੱਚ ਜਿਵੇਂ ਉੱਪਰ ਗੁਰੂ ਖਾਲਸਾ ਜੀ ਸ਼ਬਦ ਆਇਆ ਸੀ, ਉਸ ਸ਼ਬਦ ਦੇ ਨਾਲੋਂ ਥੋੜਾ ਜਿਹਾ ਫਰਕ ਪਾ ਕੇ ਕਿਰਪਾ ਕਰਦੇ ਪਏ ਨੇ। ਬੀਰਜ ਨਾਦ ਬਾਚ ਪ੍ਰਾਰਥਨਾ। ਸ੍ਰੀ ਸਰਬਲੋ ਜੂ ਪ੍ਰਤ। ਪ੍ਰਤ ਤੇ 2 ਡੰਡੇ ਲੱਗੇ ਨੇ, ਬਾਚ ਤੇ ਵਿਸ਼ਰਾਮ ਹੈ। ਪ੍ਰਾਰਥਨਾ ਪੱਪੇ ਦੇ ਪੈਰ ਦੇ ਵਿੱਚ ਰਾਰਾ ਏ ਤੇ ਕੰਨਾ ਏ, ਤੇ ਰਾਰਾ ਤਥਾ ਨੰਨੇ ਨੂੰ ਕੰਨਾ ਪ੍ਰਾਰਥਨਾ। ਇਸ ਤਰੀਕੇ ਦੇ ਨਾਲ ਪਾਠ ਬੋਧ ਵਿੱਚ ਪ੍ਰਾਤਨ ਬੀੜਾਂ ਤੋਂ ਵੇਖ ਕੇ ਗਿਆਨੀ ਸਿੰਘਾਂ ਨੇ ਪਾਠ ਸ਼ੁੱਧ ਕੀਤਾ ਸੀ। 16 ਦਾ ਅਰਥ ਹੈ ਵੀ ਇਹਦੇ ਵਿੱਚ 16 ਛੰਦ ਆਉਣਗੇ। ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਪਏ ਨੇ। ਕੀਨੋ ਆਜ ਸਨਾਥ। ਬੀਰਜ ਨਾਦ ਕਹਿੰਦਾ ਇਹ ਸੱਚੇ ਪਾਤਸ਼ਾਹ ਜੀ, ਮੇਰੇ ਉੱਪਰ ਕਿਰਪਾ ਕਰਕੇ ਤੁਸਾਂ ਨੇ ਅੱਜ ਮੈਨੂੰ ਸਫਲਿਆਂ ਕਰ ਦਿੱਤਾ ਏ। ਮੈਨੂੰ ਅਨਾਥ ਨੂੰ ਤੁਸਾਂ ਨੇ ਨਾਥਤਾਈ ਵਾਲਾ ਕਰ ਦਿੱਤਾ ਏ। ਨਾਥ ਮੋਹਿ ਦਰਸ ਦਿਖਾਇ। ਇਹ ਨਾਥ ਜੋ ਤੁਸਾਂ ਨੇ ਮੈਨੂੰ ਦਰਸ਼ਨ ਦਿਖਾਉਣਾ ਕੀਤੇ ਨੇ, ਉਹਦੇ ਨਾਲ ਤੁਸਾਂ ਨੇ ਮੈਨੂੰ ਸਨਾਥ ਕਰ ਦਿੱਤਾ ਏ। ਮੈਂ ਤੇ ਰੁਲਦਾ ਫਿਰਦਾ ਸਾਂ, ਮੇਰੀ ਕੋਈ ਬਾਤ ਨਹੀਂ ਸੀ ਪੁੱਛਦਾ। ਮੇਰੇ ਉੱਪਰ ਕਿਰਪਾ ਕਰਕੇ ਮੈਨੂੰ ਮਾਲਕ ਤਾਈ ਵਾਲਾ ਬਣਾ ਲੈਣਾ ਕੀਤਾ ਏ। ਦੀਨੋ ਦਰਸ ਮੁਰਾਰ। ਮੁਰਦੈਂਤ ਦੇ ਵੈਰੀ, ਮੁਰਦੈਂਤ ਨੂੰ ਮਾਰਨੇ ਵਾਲੇ, ਮੋਹ ਰੂਪੀ ਮੁਰਦੈਂਤ ਨੂੰ ਮਾਰਨੇ ਵਾਲੇ ਵਾਹਿਗੁਰੂ ਅਕਾਲ ਪੁਰਖ ਸਰਬਲੋ ਭਗਵਾਨ ਜੀ
ਆਪ ਜੀ ਨੇ ਮੈਨੂੰ ਦਰਸ਼ਨ ਦਿੱਤੇ ਨੇ। ਤਾਪ ਤਨ ਸਗਲ ਮਿਟਾਏ। ਦਰਸ਼ਨ ਦੇ ਕਰਕੇ ਮੇਰੇ ਮਨ ਤਨ ਦੇ ਜਿੰਨੇ ਤਾਪ ਨੇ ਉਹ ਸਾਰੇ ਤੁਸਾਂ ਨੇ ਮਿਟਾ ਦਿੱਤੇ ਨੇ। ਤਾਪ ਤਨ ਇਹ ਪਾਠ ਮੁੱਖ ਹੈ। ਪਿੰਗਲ ਦੀਆਂ ਮਾਤਰਾ ਦੇ ਲਿਹਾਜ਼ ਨਾਲ ਵੀ ਮਾਤਾ ਸਾਹਿਬ ਦੇਵਾਂ ਮਾਤਾ ਭਾਗੋ ਜੀ ਦੇ ਸਥਾਨ ਦੇ ਉੱਪਰ ਜੋ ਲਿਖਤੀ ਬੀੜ ਹੈ ਤੇ ਗਿਆਨੀ ਚੰਦਾ ਸਿੰਘ ਜੀ ਨੇ ਜੋ ਆਪਣੇ ਹਸਤ ਕਮਲਾਂ ਦੇ ਨਾਲ ਬੀੜ ਲਿਖੀ ਹੈ ਤੇ ਪਾਠ ਬੋਧ ਦੇ ਵਿੱਚ ਗਿਆਨੀ ਸਿੰਘਾਂ ਨੇ ਨਨਕਿਆਣੀ ਸਾਹਿਬ ਵਾਲੀ ਗੁਰੂ ਕੇ ਪੰਥ ਖਾਲਸੇ ਦੇ ਤੋਸ਼ੇ ਖਾਨੇ ਵਿੱਚ ਜੋ ਸੁਨਹਿਰੀ ਬੀੜ ਹੈ ਉਸ ਤੋਂ ਪਾਠ ਦੇਖ ਕੇ ਪਾਠ ਕੀਤਾ ਸੀ। ਤਾਪਨ ਪਾਠ ਦੂਆ ਮੰਨ ਲੈਣਾ। ਤਾਪ ਤਨ ਸਗਲ ਮਿਟਾਏ ਇਹ ਪਾਠ ਮੁੱਖ ਹੈ। ਤਤਾ ਨੰਨੇ ਨੂੰ ਔਂਕੜ ਹੈ ਜੀ। ਭਇਓ ਆਜ ਸਨਾਥ। ਬੀਰਜਨਾਥ ਕਹਿੰਦਾ ਹੈ ਭਗਵਾਨ ਅੱਜ ਮੈਂ ਸਫਲਾ ਹੋ ਗਿਆ ਏ। ਨਾਥ ਜਬ ਦਰਸ਼ਨ ਪਾਏ। ਇਹ ਨਾਥ ਜਦੋਂ ਮੈਂ ਤੁਹਾਡੇ ਦਰਸ਼ਨ ਪਾਉਣਾ ਕੀਤੇ ਨੇ ਤੇ ਮੇਰੀ ਕੋਈ ਖੁਸ਼ੀ ਦੀ ਹੱਦ ਬੰਨਾ ਹੀ ਨਹੀਂ ਰਿਹਾ, ਕੋਈ ਸੀਮਾ ਹੀ ਨਹੀਂ ਰਹੀ। ਮੈਂ ਸਫਲਾ ਹੋ ਗਿਆ, ਮਾਲਕ ਵਾਲਾ ਹੋ ਗਿਆ ਹਾਂ। ਆਜ ਹਮਾਰੇ ਧਨ ਭਾਗ। ਅੱਜ ਸਾਡੇ ਧਨ ਭਾਗ ਨੇ, ਮੈਂ ਧਨਤਾ ਦੇ ਯੋਗ ਹੋ ਗਿਆ ਹਾਂ। ਹਰ ਸਨਮੁਖ ਆਏ। ਹਰੀ ਜੋ ਆਪ ਜੀ ਦੇ ਮੈਂ ਸਾਹਮਣੇ ਚੱਲ ਕੇ ਆ ਗਿਆ ਹਾਂ। ਜਾਂ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਸਰਬਲੋ ਭਗਵਾਨ ਜੀ ਜੋ ਆਪ ਜੀ ਮੇਰੇ ਸਾਹਮਣੇ ਆਏ ਹੋ, ਸਾਹਮਣੇ ਆ ਕਰਕੇ ਮੈਨੂੰ ਦਰਸ਼ਨ ਦਿੱਤੇ ਨੇ। ਰਹਾਉ ਟਿਕਾਉ ਦੇ ਕਰਕੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਜਿਹ ਸੁਖ ਕੋ ਮਹਾਦੇਵ। ਹਾਂ ਇਹ ਸਰਬਲੋ ਭਗਵਾਨ ਜੀ ਮੈਨੂੰ ਉਹ ਸੁਖ ਪ੍ਰਾਪਤ ਹੋ ਗਿਆ ਏ ਜਿਹੜੇ ਸੁਖ ਦੀ ਖਾਤਰ ਸ਼ਿਵ ਜੀ ਜੰਗਲਾਂ ਦੇ ਵਿੱਚ ਭੱਜਾ ਫਿਰਦਾ ਏ। ਬ੍ਰਹਮ ਨਾਰਦ ਰਿਖ ਲੋਚ ਹੈ। ਜਿਹੜੇ ਸੁਖ ਨੂੰ ਬ੍ਰਹਮਾ ਨਾਰਦ ਰਿਖੀ ਲੋਚਾ ਮੈਨੇ ਲੋਚਦਾ ਫਿਰਦਾ ਏ। ਨਾਰਦ ਮੁਨੀ ਜਿਹੜੇ ਸੁਖ ਨੂੰ ਲੱਭਦਾ ਫਿਰਦਾ ਏ। ਵੱਡੇ ਵੱਡੇ ਰਿਖੀ ਜਿਹੜੇ ਸੁਖ ਨੂੰ ਲੱਭਦੇ ਫਿਰਦੇ ਹਨ। ਸੋ ਸੁਖ ਆਜ ਭਗਵੰਤ। ਉਹ ਸੁਖ ਅੱਜ ਮੈਨੂੰ ਭਗਵੰਤ ਪ੍ਰਾਪਤ ਹੋ ਗਿਆ ਏ। ਹੇ ਖਟ ਭਗਾਨ ਸੰਪੰਨ ਸਰਬਲੋ ਭਗਵਾਨ ਜੀ ਅੱਜ ਮੈਨੂੰ ਉਹ ਸੁਖ ਪ੍ਰਾਪਤ ਹੋ ਗਿਆ ਏ। ਕਿਰਪਾ ਕਰ ਮੋਹਿ ਦਿਵਾਇ। ਕਿਰਪਾ ਕਰਕੇ ਮੈਨੂੰ ਉਹ ਸ਼ਾਂਤੀ ਦਾ ਇਕਾਗਰਤਾ ਦਾ ਸੁਖ ਆਪ ਜੀ ਨੇ ਦਵਾ ਦਿੱਤਾ ਏ। ਆਪ ਜੀ ਨੇ ਕਿਰਪਾ ਕਰਕੇ ਮੈਨੂੰ ਸ਼ਾਂਤੀ ਦਾ ਸੁਖ ਬਖਸ਼ ਦੇਣਾ ਕੀਤਾ ਏ। ਮੇਰੇ ਮਨ ਦੇ ਵਿੱਚ ਹੀ ਜੋ ਇਕਾਗਰਤਾ ਲਿਆ ਦਿੱਤੀ ਹੈ ਇਹ ਸੁਖ ਮੇਰੇ ਮਨ ਤੋਂ ਹੀ ਮੈਨੂੰ ਆਪ ਜੀ ਨੇ ਦਿਵਾ ਦਿੱਤਾ ਏ। ਕਿਉਂਕਿ ਗੁਰੂ ਖਾਲਸਾ ਜੀ ਜਿਹੜਾ ਇਕਾਗਰਤਾ ਦਾ ਸੁਖ ਹੈ ਨਾ ਉਹ ਮੰਦਰਾਂ ਵਿੱਚੋਂ, ਨਾ ਮਸੀਤਾਂ ਚੋਂ ਤੇ ਨਾ ਉਹ ਜੰਗਲਾਂ ਚੋਂ ਲੱਭਦਾ ਏ। ਬਾਹਰੋਂ ਕਿਧਰੋਂ ਨਹੀਂ ਲੱਭਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਵਨ ਬਚਨ ਨੇ ਵਸੀ ਰੱਬ ਹਾਲੀਐ ਬਾਹਰ ਕਿਆ ਟੂਡੇ। ਰੱਬ ਹਿਰਦੇ ਵਿੱਚ ਵਸਦਾ ਏ, ਬਾਹਰ ਕੀ ਲੱਭਦੇ ਫਿਰਦੇ ਹੋ। ਜਿਹੜਾ ਸੁਖ ਹੈ ਉਹ ਹਿਰਦੇ ਵਿੱਚ ਹੀ ਹੈ। ਜਦੋਂ ਹਿਰਦਾ ਇਕਾਗਰ ਚਿਤ ਹੋ ਜਾਂਦਾ ਏ ਤੇ ਜੋਤ ਅਨੁਭਵ ਹੋਣ ਲੱਗ ਪੈਂਦੀ ਹੈ ਤੇ ਉਸ ਵਕਤ ਆਨੰਦ ਖੇੜਾ ਹਿਰਦੇ ਵਿੱਚ ਆ ਕਰਕੇ ਛਾ ਜਾਂਦਾ ਏ। ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਏ। ਬੀਰਜਨਾਥ ਕਹਿੰਦਾ ਵੀ ਮੇਰੇ ਤੇ ਤੁਸਾਂ ਨੇ ਕਿਰਪਾ ਕੀਤੀ ਹੈ। ਮੇਰੇ ਹਿਰਦੇ ਨੂੰ ਜੋ ਆਪ ਨੇ ਇਕਾਗਰ ਕਰ ਦਿੱਤਾ ਏ, ਹਿਰਦੇ ਵਿੱਚੋਂ ਮੈਨੂੰ ਜੋ ਸੁਖ ਪ੍ਰਾਪਤ ਹੋ ਗਿਆ ਏ ਇਹ ਤੁਹਾਡੀ ਕਿਰਪਾ ਏ। ਤੁਹਾਡੇ ਦਰਸ਼ਨਾਂ ਨਾਲ ਮੇਰਾ ਹਿਰਦਾ ਇਕਾਗਰ ਹੋਇਆ ਏ। ਹਿਰਦੇ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਏ। ਏਦਾਂ ਮੇਰੇ ਹਿਰਦੇ ਵਿੱਚੋਂ ਹੀ ਮੈਨੂੰ ਆਨੰਦ ਖੇੜਾ ਆਪ ਜੀ ਨੇ ਦਵਾ ਦਿੱਤਾ ਏ। ਜਿਹ ਸੁਖ ਕੋ ਸੁਰ ਰਾਜ। ਸੁਰ ਰਾਜ ਇੰਦਰ ਜਿਹੜੇ ਸੁਖ ਨੂੰ ਲੱਭਦਾ ਫਿਰਦਾ ਏ ਮਨ ਦੀ ਇਕਾਗਰਤਾ, ਕਿਉਂਕਿ ਇੰਦਰ ਨੂੰ ਵੀ ਮਨ ਦੀ ਇਕਾਗਰਤਾ ਪ੍ਰਾਪਤ ਨਹੀਂ ਹੈ। ਕਦੇ ਗੁਰੂ ਖਾਲਸਾ ਜੀ ਉਹ ਆਪਣੇ ਰਾਜ ਮਹਲ ਇੰਦਰ ਪਦਵੀ ਨੂੰ ਛੱਡ ਕਰਕੇ ਗੌਤਮ ਦੀ ਘਰਵਾਲੀ ਦੇ ਪਿੱਛੇ ਕਾਮਵਸ ਹੋ ਕਰਕੇ ਤੁਰਿਆ ਫਿਰਦਾ ਰਿਹਾ। ਗੌਤਮ ਨੇ ਸ਼ਰਾਪ ਦਿੱਤਾ ਤੇ ਹਜ਼ਾਰਾਂ ਭਗਾਂ ਸਰੀਰ ਦੇ ਉੱਪਰ ਹੋ ਗਈਆਂ
ਫਿਰ ਗੁਰੂ ਖਾਲਸਾ ਜੀ ਛੱਪੜ ਦੇ ਵਿੱਚ ਸ਼ਰਮਿੰਦਗੀ ਦਾ ਮਾਰਾ ਜਾ ਕੇ ਲੁਕਿਆ ਰਿਹਾ, ਤੇ ਫਿਰ ਅੱਜ ਵੀ ਇਹਦੇ ਮੱਥੇ ਦੇ ਉੱਪਰ ਇੱਕ ਭਾਗ ਹੈ। ਸਮੇਂ ਦੇ ਨਾਲ ਜਿਵੇਂ ਗੁਰੂ ਖਾਲਸਾ ਜੀ ਇਸਤਰੀਆਂ ਨੂੰ ਸਿਰ ਨਹਾਵਣੀ ਆਉਂਦੀ ਹੈ, ਉਦਾਂ ਹੀ ਇੰਦਰ ਨੂੰ ਸਿਰ ਨਹਾਵਣੀ ਆਉਂਦੀ ਹੈ। ਇਹਨੂੰ ਵੀ ਇਕਾਗਰਤਾ ਦਾ ਸੁਖ ਪ੍ਰਾਪਤ ਨਹੀਂ ਹੈ। ਕਾਮ ਕ੍ਰੋਧ ਦੇ ਸਮੁੰਦਰ ਦੇ ਵਿੱਚ ਵੀ ਸੜਦਾ ਪਿਆ ਏ। ਬੀਰਜਨਾਥ ਕਹਿੰਦਾ ਏ ਕਿ ਜਿਹੜਾ ਇਕਾਗਰਤਾ ਦਾ ਸੁਖ, ਜੋ ਮਨ ਦੀ ਸ਼ਾਂਤੀ ਹੈ, ਇਸ ਸੁਖ ਨੂੰ ਇੰਦਰ ਵੀ ਲੱਭਦਾ ਫਿਰਦਾ ਏ। ਸਮਾਜ ਜੁਤ ਨਿਤ ਉਠ ਚਾਹ ਹੈ। ਏਡਾ ਵੱਡਾ ਰਾਜ ਸਾਜ ਹੈ। ਦੇਵੀ ਦੇਵਤੇ 33 ਕਰੋੜ ਦੇਵੀ ਦੇਵਤੇ ਜਿਹਨੂੰ ਮੰਨਦੇ ਨੇ, ਆਪਣੇ ਸਾਜੋ ਸਮਾਨ ਦੇ ਸਮੇਤ, ਆਪਣੀ ਪ੍ਰਜਾ ਦੇ ਸਮੇਤ ਜਿਸ ਸੁਖ ਨੂੰ ਨਿਤਾ ਹੀ ਉੱਠ ਕਰਕੇ ਚਾਹੁੰਦਾ ਏ। ਹਰੇਕ ਸਵੇਰ ਕਹਿੰਦਾ ਏ ਕਿ ਮੇਰਾ ਮਨ ਇਕਾਗਰ ਹੋ ਜਾਵੇ। ਕਦੇ ਮਨੁੱਖਾ ਜਾਮਾ ਲੱਭਦਾ ਫਿਰਦਾ ਏ, ਇਸ ਦੇ ਹੀ ਕੋ ਲੋਚੈ ਦੇਵ, ਸ਼ਾਇਦ ਮਨੁੱਖਾ ਜਾਮਾ ਮੈਨੂੰ ਪ੍ਰਾਪਤ ਹੋ ਜਾਵੇ ਤੇ ਮੇਰੇ ਮਨ ਨੂੰ ਇਕਾਗਰਤਾ ਆ ਜਾਵੇ। ਸੋ ਸੁਖ ਆਜ ਸਮਾਜ। ਹਾਂ, ਅੱਜ ਉਹ ਸਾਰਾ ਹੀ ਸੁਖ ਮੈਨੂੰ ਪ੍ਰਾਪਤ ਹੋ ਗਿਆ ਏ। ਮੇਰੇ ਹਿਰਦੇ ਦਾ ਜਿੰਨਾ ਵੀ ਸਾਮਰਾਜ ਹੈ, ਮੇਰੇ ਹਿਰਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਦੀ ਸ਼ਾਂਤੀ ਹੋ ਗਈ ਹੈ। ਸਤ ਸੰਤੋਖ ਦਇਆ ਧਰਮ ਮੇਰੇ ਹਿਰਦੇ ਵਿੱਚ ਪ੍ਰਗਟ ਹੋ ਗਏ ਨੇ। ਹਿਰਦੇ ਦੀ ਇਕਾਗਰਤਾ ਵੱਜ ਗਈ ਹੈ। ਇਦਾਂ ਮੇਰੇ ਹਿਰਦੇ ਵਿੱਚ ਜਿੰਨਾ ਵੀ ਸ਼ੁਭ ਗੁਣਾਂ ਦਾ ਸਾਮਰਾਜ ਹੈ, ਉਹਨੂੰ ਇਹ ਸੁਖ ਪ੍ਰਾਪਤ ਹੋ ਗਿਆ ਏ। ਦਇਆ ਨਿਧ ਤੇ ਹਉ ਪਾਏ। ਇਹ ਦਇਆ ਦੇ ਸਮੁੰਦਰ ਸਰਬਲੋਕ ਭਗਵਾਨ ਜੀ, ਤੁਹਾਡੀ ਕਿਰਪਾ ਦੇ ਨਾਲ ਮੈਂ ਤੁਹਾਡੇ ਤੋਂ ਇਹ ਸੁਖ ਪ੍ਰਾਪਤ ਕਰਨਾ ਕੀਤਾ ਏ। ਜਾਂ ਸੁਖ ਕੋ ਫਨ ਰਾਜ। ਦੇਖ ਲਓ, ਸ਼ੇਸ਼ਨਾਗ ਦੀ ਸੇਜਾ ਉੱਪਰ ਤੁਸੀਂ ਆਰਾਮ ਕਰਦੇ ਹੋ। ਹਿਰਦੇ ਦੀ ਇਕਾਗਰਤਾ ਉਹਨੂੰ ਵੀ ਨਹੀਂ ਹੈ। ਵੈਰ ਵਿਰੋਧ ਵਿੱਚ ਉਹ ਵੀ ਫਸਿਆ ਏ। ਸ਼ੇਸ਼ਨਾਗ ਦਾ ਗਰੜ ਦੇ ਨਾਲ ਵੈਰ ਹੈ, ਤੇ ਗਰੜ ਦਾ ਸ਼ੇਸ਼ਨਾਗ ਦੇ ਨਾਲ ਇੱਟ ਕੁੱਤੇ ਦਾ ਵੈਰ ਹੈ। ਭਾਵੇਂ ਦੋਨੋਂ ਹੀ ਇਹ ਭਗਵਾਨ ਦੇ ਵਾਹਨ ਨੇ। ਹਿਰਦੇ ਦੀ ਇਕਾਗਰਤਾ ਨਹੀਂ ਹੈ, ਕ੍ਰੋਧ ਦੇ ਵਿੱਚ ਵੀ ਸੜਦਾ ਬਲਦਾ ਪਿਆ ਏ। ਬੀਰਜਨਾਥ ਕਹਿੰਦਾ, ਹੇ ਸਰਬਲੋ ਭਗਵਾਨ, ਜਿਹੜੇ ਸੁਖ ਨੂੰ ਸ਼ੇਸ਼ਨਾਗ ਵੀ ਲੱਭਦਾ ਫਿਰਦਾ ਏ। ਸਿੱਧ ਚਾਰਨ ਮਨ ਚਾਹਤ। ਹਾਂ, ਜਿਸ ਸੁਖ ਨੂੰ ਸਿੱਧ ਵੀ ਚਾਹੁੰਦੇ ਨੇ, ਚਾਰਨ ਬੜੇ ਬੜੇ ਭੱਟ ਵੀ ਚਾਹੁੰਦੇ ਨੇ, ਮੁਨੀ ਵੀ ਚਾਹੁੰਦੇ ਨੇ ਵੀ ਹਿਰਦੇ ਦੀ ਇਕਾਗਰਤਾ ਆ ਜਾਵੇ। ਸੋ ਸੁਖ ਆਜ ਜਿਨ ਰਾਜ। ਹਾਂ, ਰਾਜਿਆਂ ਨੂੰ ਜਿਣ ਜਿੱਤਨੇ ਵਾਲੇ, ਵੱਡੇ ਵੱਡੇ ਰਾਜਿਆਂ ਨੂੰ ਪਰਾਜਿਤ ਕਰਨ ਵਾਲੇ, ਯੁੱਧ ਦੇ ਮੈਦਾਨ ਵਿੱਚ ਫਤਿਹ ਦਾ ਝੰਡਾ ਲਹਿਰਾਉਣ ਵਾਲੇ, ਇਹ ਸਰਬਲੋ ਭਗਵਾਨ ਜੀ, ਉਹ ਸੁਖ ਮੈਨੂੰ ਅੱਜ ਪ੍ਰਾਪਤ ਹੋ ਗਿਆ ਏ। ਜਿਨ ਰਾਜ ਬੁੱਧ ਅਵਤਾਰ ਦਾ ਨਾਮ ਵੀ ਹੈ। ਬੁੱਧ ਅਵਤਾਰ ਵਰਗੇ ਨਿਰਮਲ ਇਹ ਸਰਬਲੋ ਭਗਵਾਨ ਜੀ, ਮੈਨੂੰ ਉਹ ਸੁਖ ਪ੍ਰਾਪਤ ਹੋ ਗਿਆ ਏ ਸ਼ਾਂਤੀ ਦਾ। ਦਾਸ ਹਿਤ ਰੂਪ ਧਰ ਆਏ। ਮੇਰੇ ਦਾਸ ਬੀਰਜਨਾਥ ਦੇ ਹਿਤ ਵਾਸਤੇ ਤੁਸੀਂ ਰੂਪ ਧਾਰ ਕੇ ਸੰਸਾਰ ਦੇ ਉੱਪਰ ਆਏ ਹੋ। ਕਿਉਂਕਿ ਦਾਸ ਬੀਰਜਨਾਥ ਨੂੰ ਕਿਰਤਾਰਥ ਚੂ ਕਰਨਾ ਸੀ। ਮੈਨੂੰ ਕਿਰਤਾਰਥ ਕਰਨ ਵਾਸਤੇ, ਸਫਲਿਆਂ ਕਰਨ ਵਾਸਤੇ ਇਹ ਮਾਤ ਲੋਕ ਦੇ ਉੱਪਰ ਤੁਸੀਂ ਰੂਪ ਧਾਰ ਕੇ ਆਏ ਹੋ। ਜਾਂ ਸੁਖ ਕੋ ਸਭ ਲੋਚੈ ਹੈ। ਜਿਸ ਸੁਖ ਨੂੰ ਸਾਰੇ ਲੋਚਦੇ ਨੇ, ਦੁਨੀਆ ਦੇ ਉੱਪਰ ਜਿੰਨੇ ਵੀ ਵੱਡੇ ਵਡੇਰੇ, ਜਿੰਨੇ ਵੀ ਵੱਡੇ ਵੱਡੇ ਤਪੀ ਤਪੀਸ਼ਵਰ ਹੋਏ ਨੇ, ਤਪ ਸਾਧਤ ਹੈ ਸਿੱਧ। ਜਿਸ ਸੁਖ ਦੀ ਪ੍ਰਾਪਤੀ ਵਾਸਤੇ ਬੜੇ ਬੜੇ ਵੱਡੇ ਸਿੱਧ ਤੇ ਤਪੀ ਤਪੱਸਿਆ ਨੂੰ ਕਰਦੇ ਹਨ, ਸਾ ਸੁਖ ਸਕਲ ਪ੍ਰਤੱਖ। ਉਹ ਸੁਖ ਅੱਜ ਮੈਨੂੰ ਪ੍ਰਤੱਖ ਰੂਪ ਦੇ ਵਿੱਚ ਪ੍ਰਾਪਤ ਹੋ ਗਿਆ ਏ। ਸ਼ਾਂਤੀ ਦਾ, ਇਕਾਗਰਤਾ ਦਾ। ਆਜ ਹਮ ਦੇਖਣ ਆਏ। ਹਾਂ, ਅੱਜ ਅਸੀਂ ਤੁਹਾਡੇ ਦਰਸ਼ਨ ਕਰਨ ਵਾਸਤੇ ਸਰਬਲੋ ਭਗਵਾਨ ਜੀ ਆਏ ਹਾਂ, ਨਿਮਰਤਾ ਭੈ ਦੇ ਸੰਯੁਕਤ ਹੋ ਕਰਕੇ। ਅੱਜ ਮੈਨੂੰ ਉਹ ਸੁਖ ਪ੍ਰਾਪਤ ਹੋ ਗਿਆ ਹੈ ਸਾਰਾ ਹੀ। ਸਾ ਸੁਖ ਸਕਲ ਪ੍ਰਤੱਖ। ਜਿਹੜੇ ਸੁਖ ਨੂੰ ਵੱਡੇ ਵੱਡੇ ਦੇਵੀ ਦੇਵਤੇ, ਤਪੀਸ਼ਵਰ, ਜਪੀ ਤਪੀ ਰਿਖੀ ਮੁਨੀ ਲੱਭਦੇ ਰਹੇ, ਅੱਜ ਮੈਨੂੰ ਉਹ ਸੁਖ ਪ੍ਰਤੱਖ ਰੂਪ ਦੇ ਵਿੱਚ ਸਾਰਾ ਪ੍ਰਾਪਤ ਹੋ ਗਿਆ ਏ।
ਆਜ ਹਮ ਦੇਖਣੇ ਆਏ। ਅੱਜ ਸਾਡੇ ਤੇ ਉਹ ਦਿਨ ਆਏ ਨੇ ਜਿੱਦਨੇ ਅਸੀਂ ਉਹ ਸੁੱਖ ਨੂੰ ਦੇਖਦੇ ਪਏ ਹਾਂ। ਪਹਿਲਾਂ ਤਾਂ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਸਮੁੰਦਰ ਵਿੱਚ ਹੀ ਸੜਦੇ ਰਹੇ। ਅੱਜ ਉਹ ਸੁੱਖ ਨੂੰ ਦੇਖਣ ਦੇ ਦਿਨ ਆਏ ਨੇ ਸਾਡੇ ਉੱਪਰ। ਜਾਂ ਸੁਖ ਕੋ ਸੁਰ ਬ੍ਰਿੰਦ। ਹਾਂ, ਜਿਹੜੇ ਸੁੱਖ ਨੂੰ ਵੱਡੇ ਵੱਡੇ ਦੇਵੀ ਦੇਵਤੇ ਸਾਰੇ ਹੀ ਮਿਲ ਕਰਕੇ ਚੱਕਰਵਰਤੀ ਨਿਤ ਲੋੜ ਹੈ। ਹਾਂ, ਵੱਡੇ ਵੱਡੇ ਚੱਕਰਵਰਤੀ ਜਿਹੜੇ ਰਾਜੇ ਹੋਏ ਨੇ, ਚੜ੍ਹਦੇ ਤੋਂ ਲਹਿੰਦੇ ਤੱਕ ਜਿਨ੍ਹਾਂ ਦਾ ਰਾਜ ਸੀ, ਜਿਹੜੇ ਸੁੱਖ ਨੂੰ ਨਿਤਾ ਹੀ ਲੋੜਾ ਮੈਣੀ ਚਾਹੁੰਦੇ ਲੱਭਦੇ ਫਿਰਦੇ ਚੱਕਰਵਰਤੀ ਰਾਜੇ ਤੇ ਸਾਰੇ ਹੀ ਦੇਵੀ ਦੇਵਤੇ। ਸੋ ਸੁਖ ਆਜ ਪ੍ਰਚੰਡ। ਹਾਂ, ਪ੍ਰਚੰਡ ਕਹੀਏ ਤਿੱਖੇ ਤੇਜ ਪ੍ਰਤਾਪ ਵਾਲਾ ਉਹ ਸੁਖ ਸਾਨੂੰ ਅੱਜ ਪ੍ਰਾਪਤ ਹੋ ਗਿਆ ਏ। ਅਸਾਂ ਨੇ ਮਨ ਨੂੰ ਜਿੱਤ ਲਿਆ ਏ। ਮਨ ਨੂੰ ਜਿੱਤਣ ਰੂਪ, ਮਨ ਦੀ ਇਕਾਗਰਤਾ ਰੂਪ ਉਹ ਸੁਖ ਪ੍ਰਾਪਤ ਹੋਇਆ ਏ। ਕਿਉਂਕਿ ਜਪਜੀ ਸਾਹਿਬ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਦੀ ਜਦੋਂ ਸਿੱਧਾਂ ਦੇ ਨਾਲ ਚਰਚਾ ਹੋਈ ਤਾਂ ਸੱਚੇ ਪਾਤਸ਼ਾਹ ਜੀ ਨੇ ਸਿੱਧਾਂ ਨੂੰ ਕਿਹਾ, ਤੁਸੀਂ ਬਹਿਸ ਕਰਦੇ ਹੋ, ਚਰਚਾ ਕਰਦੇ ਹੋ, ਸੰਤਾਂ ਸਾਧੂਆਂ ਨੂੰ ਜਿੱਤਦੇ ਹੋ। ਇਹ ਜਿੱਤ ਕਿਸੇ ਕੰਮ ਦੀ ਨਹੀਂ ਜੇ ਤੁਸਾਂ ਨੇ ਮਨ ਨਹੀਂ ਜਿੱਤਿਆ। ਮਨ ਜੀਤਾ ਜਗ ਜੀਤ। ਜੇ ਮਨ ਨੂੰ ਜਿੱਤੋਗੇ ਤੇ ਫੇਰ ਹੀ ਜਗ ਜਿੱਤਿਆ ਜਾਵੇਗਾ। ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਵੀ ਇਹ ਪ੍ਰਸੰਗ ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ ਕਿ ਸੰਸਾਰ ਦੇ ਉੱਪਰ ਦੋ ਬਲੀ ਸੂਰਮੇ ਨੇ, ਇੱਕ ਮੌਤ ਤੇ ਇੱਕ ਮਨ। ਜੇ ਬੰਦੇ ਨੇ ਤਿੰਨੇ ਲੋਕ ਵੀ ਜਿੱਤ ਲਏ ਹੋਣ, ਜੇ ਮਨ ਨਹੀਂ ਜਿੱਤਿਆ ਤੇ ਉਹਨੇ ਕੁਝ ਵੀ ਨਹੀਂ ਜਿੱਤਿਆ। ਸੱਚੇ ਪਾਤਸ਼ਾਹ ਜੀ ਜਪਜੀ ਸਾਹਿਬ ਵਿੱਚ ਵੀ ਕਹਿੰਦੇ ਨੇ ਤੇ ਕਲਗੀਧਰ ਪਾਤਸ਼ਾਹ ਜੀ ਬਿਰਜਨਾਥ ਦੇ ਮੁਖ ਵਿੱਚ ਵੀ ਰੱਖ ਕਰਕੇ ਬਚਨ ਕਰਦੇ ਪਏ ਨੇ। ਉਹ ਕਹਿੰਦਾ ਕਿ ਅੱਜ ਮੈਨੂੰ ਪ੍ਰਚੰਡ ਸੁਖ ਪ੍ਰਾਪਤ ਹੋ ਗਿਆ ਏ, ਜੋ ਮੈਂ ਮਨ ਨੂੰ ਜਿੱਤ ਲਿਆ ਏ। ਇਹ ਬੜਾ ਤਿੱਖੇ ਪ੍ਰਤਾਪ ਵਾਲਾ ਸੁਖ ਹੈ, ਕਿਉਂਕਿ ਮਨ ਸੰਸਾਰ ਦੇ ਉੱਪਰ ਕਿਸੇ ਦੇ ਕੋਲੋਂ ਜਿੱਤਿਆ ਨਹੀਂ ਗਿਆ। ਅੱਜ ਮੇਰੇ ਫੁਰਨੇ ਮਿਟ ਗਏ ਨੇ, ਤਾਂ ਖੁਦੀ ਗਈ ਬੁਲਾਏ ਕੈ, ਖੁਦ ਭਇਓ ਖੁਦੀ ਮਟਾਏ ਕੈ। ਉੱਥੇ ਮੈਂ ਮੇਰੀ ਮਿਟ ਗਈ ਹੈ ਤੇ ਮੈਂ ਖੁਦਾ ਦਾ ਰੂਪ ਹੋ ਗਿਆ ਹੈ। ਸਭ ਵਿਦ ਆਪਨ ਪਾ ਖੋਏ ਕੈ, ਕਛ ਰਾਖਿਓ ਨਾਹੀ ਛੁਪਾਏ ਕੈ। ਸਾਰੇ ਤਰੀਕਿਆਂ ਦੇ ਨਾਲ ਮੇਰਾ ਆਪਣਾ ਪਾਓ, ਮੈਂ ਮੇਰੀ, ਮੈਂ ਹਾਂ, ਮੇਰਾ ਰਾਜ ਹੈ। ਇਹ ਸਭ ਕੁਝ ਫੁਰਨੇ ਖਤਮ ਹੋ ਗਏ ਨੇ। ਇੱਥੇ ਹੁਣ ਮੈਨੂੰ ਉਹ ਅਵਸਥਾ ਪ੍ਰਾਪਤ ਹੋ ਗਈ ਹੈ ਜਿੱਥੇ ਤੂੰ ਹੀ ਦਿਖਾਈ ਦਿੰਦਾ ਪਿਆ ਏ। ਸੋ ਇਸ ਲਈ ਬਿਰਜਨਾਥ ਕਹਿੰਦਾ ਵੀ ਅੱਜ ਮੈਨੂੰ ਪ੍ਰਚੰਡ ਸੁਖ ਦੀ ਪ੍ਰਾਪਤੀ ਹੋ ਗਈ ਹੈ। ਜਿਨਿੰਦਰ ਹਮ ਦੇਖਨ ਪਾਏ। ਹੇ ਜਿਨਿੰਦਰ ਸਰਬਲੋ ਭਗਵਾਨ ਜੀ, ਅੱਜ ਮੈਂ ਉਹ ਸੁਖ ਨੂੰ ਦੇਖਣਾ ਕੀਤਾ ਏ। ਜਿਨਿੰਦਰ ਹਮ ਦੇਖਣ ਪਾਏ। ਜਿਨਿੰਦਰ ਸਰਬਲੋ ਭਗਵਾਨ ਜੀ, ਤੁਹਾਨੂੰ ਦੇਖਣ ਤੋਂ ਅਸਾਂ ਨੇ ਉਹ ਸੁਖ ਪਾਉਣਾ ਕੀਤਾ ਏ। ਜਾਂ ਪਦ ਕੋ ਕਰ ਧਿਆਨ। ਹਾਂ, ਜਿਨ੍ਹਾਂ ਚਰਨਾਂ ਕਮਲਾਂ ਦਾ ਜਾਂ ਜਿਹੜੀ ਪਦਵੀ ਦਾ ਧਿਆਨ ਕਰਦੇ ਨੇ ਵੱਡੇ ਵੱਡੇ ਤਪੀਸ਼ਵਰ, ਤਪ ਸਾਧੰਤ ਤਪਸਵੀ। ਹਾਂ, ਵੱਡੇ ਵੱਡੇ ਤਪਸਵੀ ਤਪ ਸਾਧਦੇ ਨੇ ਤੇ ਜਿਸ ਪਦਵੀ ਦਾ ਧਿਆਨ ਕਰਦੇ ਨੇ ਕਿ ਮਨ ਨੂੰ ਜਿੱਤਣਾ ਏ ਤੇ ਇਕਾਗਰਤਾ ਦੀ ਪਦਵੀ ਦੇ ਉੱਪਰ ਜਾ ਕਰਕੇ ਬੈਠਣਾ ਏ। ਸੋ ਜਿਨਿੰਦਰ ਹਮ ਆਜ। ਹੇ ਭਗਵਾਨ, ਤੇਰੀ ਕਿਰਪਾ ਦੇ ਨਾਲ ਉਹ ਸੁਖ, ਉਹ ਪਦਵੀ ਸਾਨੂੰ ਪ੍ਰਾਪਤ ਹੋ ਗਈ ਹੈ। ਅੱਜ ਮੈਂ ਉਹ ਪਦਵੀ ਦੇ ਉੱਪਰ ਬੈਠ ਗਿਆ ਹਾਂ। ਪ੍ਰਤੱਖ ਰਨ ਮਾਹੇ ਹਕਾਏ। ਪ੍ਰਤੱਖ ਜੰਗ ਦੇ ਮੈਦਾਨ ਦੇ ਵਿੱਚ ਤੁਹਾਨੂੰ ਜੋ ਮੈਂ ਲਲਕਾਰਿਆ, ਇਹਨਾਂ ਲਲਕਾਰ ਕੇ, ਹਕਾਏ ਦਾ ਅਰਥ ਹੁੰਦਾ ਲਲਕਾਰਨਾ। ਤੁਹਾਨੂੰ ਮੈਂ ਜੰਗ ਦੇ ਮੈਦਾਨ ਵਿੱਚ ਲਲਕਾਰ ਕਰਕੇ, ਤੁਹਾਡੇ ਨਾਲ ਜੰਗ ਦੇ ਮੈਦਾਨ ਵਿੱਚ ਜੂਝ ਕਰਕੇ ਮੈਂ ਉਹ ਸੁਖ, ਉਹ ਪਦਵੀ ਨੂੰ ਪ੍ਰਾਪਤ ਕਰ ਗਿਆ ਹਾਂ। ਜਾ ਕਹਿ ਸਾਰਦ ਸੇਖ। ਹਾਂ, ਜਿਸ ਅਵਸਥਾ ਨੂੰ ਸਾਰਦ ਸੁਰਸਤੀ ਤੇ ਸ਼ੇਖਨਾਗ ਵੀ ਲੱਭਦਾ ਫਿਰਦਾ ਏ। ਕਮਲਾ ਨਿਤ ਸੇਵਤ। ਹਾਂ, ਕਮਲਾ ਲక్ష్ਮੀ ਜਿਸ ਪਦਵੀ ਦੀ ਪ੍ਰਾਪਤੀ ਵਾਸਤੇ
ਮਾਂ ਵਿਸ਼ਨੂੰ ਜੀ ਦੇ ਚਰਨਾਂ ਦੀ ਨਿਤਾਈ ਸੇਵਾ ਕਰਦੀ ਹੈ। ਤਾਂ ਸੰਗ ਕੀਨੋ ਜੁਧ। ਹਾਂ, ਮੈਂ ਉਸ ਭਗਵਾਨ ਦੇ ਨਾਲ ਯੁੱਧ ਕੀਤਾ ਹੈ। ਇਹ ਸਰਬਲੋ ਭਗਵਾਨ ਜਾ ਕਹਿ ਸਾਰਦ ਸੇਖ। ਕਹਿੰਦਾ ਵੀ ਜਿਸ ਭਗਵਾਨ ਨੂੰ ਸੁਰਸਤੀ ਸ਼ੇਸ਼ਨਾਗ ਨਿਤਾਈ ਸੇਵਦੀ ਹੈ, ਲక్ష్ਮੀ ਜਿਹਦੇ ਹਰ ਰੋਜ਼ ਚਰਨ ਘੁੱਟਦੀ ਹੈ, ਉਸ ਭਗਵਾਨ ਦੇ ਨਾਲ ਮੈਂ ਯੁੱਧ ਕੀਤਾ ਹੈ। ਇਸ ਤਰੀਕੇ ਨਾਲ ਸਰਬਲੋ ਭਗਵਾਨ ਦੀ ਸ਼ੋਭਾ ਕਰਦਾ ਪਿਆ ਏ। ਪਰਸ ਪਰ ਬਾਤ ਸੁਨਾਏ। ਆਪਸ ਵਿੱਚ ਗੱਲਾਂ ਸੁਣਾਉਂਦਾ ਪਿਆ ਏ। ਕਲਗੀਧਰ ਜੀ ਕਹਿੰਦੇ ਨੇ ਤਾਂ ਸੰਗ ਕੀਨੋ ਯੁੱਧ, ਮੈਂ ਉਹਦੇ ਨਾਲ ਯੁੱਧ ਕੀਤਾ ਏ। ਪਰਸ ਪਰ ਬਾਤ ਸੁਣਾਏ, ਆਪਸ ਵਿੱਚ ਹੀ ਗੱਲਾਂ ਕਰਦਾ ਪਿਆ ਹੈ ਭਗਵਾਨ ਦੇ ਨਾਲ। हे ਸਰਬਲੋ ਭਗਵਾਨ, ਤੂੰ ਏਡਾ ਵੱਡਾ ਭਗਵਾਨ ਹੈ ਜਿਹਨੂੰ ਸ਼ੇਸ਼ਨਾਗ, ਸੁਰਸਤੀ, ਲక్ష్ਮੀ ਸਾਰੇ ਦੇਵਤੇ ਸੇਵਦੇ ਨੇ। ਏਡੇ ਵੱਡੇ ਭਗਵਾਨ ਦੇ ਨਾਲ ਮੈਂ ਯੁੱਧ ਕੀਤਾ ਹੈ। ਤੂੰ ਏਡੀ ਸ਼ਕਤੀ ਹੈ, ਤੇਰੇ ਨਾਲ ਮੈਂ ਯੁੱਧ ਕੀਤਾ ਹੈ। ਪਰਸ ਪਰ ਬਾਤ ਸੁਣਾਏ, ਤੇ ਤਾਂ ਸਰਬਲੋ ਭਗਵਾਨ ਨੂੰ ਬੀਰਜਨਾਦ ਗੱਲਾਂ ਸੁਣਾਉਂਦਾ ਪਿਆ ਏ। ਆਪਸ ਵਿੱਚ ਗੱਲਾਂ ਕਰਦੇ ਪਏ ਨੇ। ਜਾ ਕਹਿ ਸਾਰਦ ਸੇਖ, ਜਿਹਨੂੰ ਸਾਰਦ, ਸੁਰਸਤੀ, ਸ਼ੇਸ਼ਨਾਗ ਤੇ ਲక్ష్ਮੀ ਸੇਵਦੇ ਨੇ। ਤੇ ਪਰਸ ਪਰ ਬਾਤ ਸੁਣਾਏ, ਸ਼ੇਸ਼ਨਾਗ, ਸੁਰਸਤੀ ਤੇ ਲక్ష్ਮੀ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਜਿਹਨੂੰ ਅਸੀਂ ਸੇਵਦੇ ਹਾਂ, ਤੇ ਇਸ ਭਗਵਾਨ ਦੇ ਨਾਲ ਬੀਰਜਨਾਲ ਨੇ ਯੁੱਧ ਕੀਤਾ ਹੈ। ਬੀਰਜਨਾਲ ਭਗਵਾਨ ਕਹਿੰਦਾ ਹੈ, ਕਹਿੰਦਾ ਸਾਰੇ ਆਪਸ ਵਿੱਚ ਇਹ ਗੱਲਾਂ ਕਰਦੇ ਪਏ ਨੇ ਕਿ ਜਿਹਨੂੰ ਸਾਰਦ, ਸ਼ੇਸ਼ਨਾਗ, ਲక్ష్ਮੀ ਵੀ ਸੇਵਦੇ ਨੇ, ਇਸ ਦੇ ਨਾਲ ਬੀਰਜਨਾਦ ਨੇ ਯੁੱਧ ਕਰਨਾ ਕੀਤਾ ਏ। ਜਾਂ ਕਹਿ ਜੋਗੀ ਸੇਵ। ਹਾਂ, ਜਿਸ ਭਗਵਾਨ ਦੀ ਸੇਵਾ ਨੂੰ ਜੋਗੀ ਵੀ ਕਰਦੇ ਹਨ। ਜੋਗ ਅਸ਼ਟਾਂਗ ਕਰਾਹੀ। ਸੇਵ ਸੇਵਨਾ ਕਰਦੇ ਨੇ ਜੋਗ ਦੇ 8 ਅੰਗ ਕਰਕੇ। ਤਾਂ ਸੋ ਕਰ ਟਿਠਾਈ। ਇਸ ਦੇ ਨਾਲ ਟਿਠਾਈ ਕਰਕੇ, ਨਿਡਰਤਾ ਕਰਕੇ, ਬੇਲਿਹਾਜੀ ਕਰਕੇ, ਬਾਤ ਅਨਚਿਤ ਕਰਾਏ। ਬਾਤ ਅਨੁਚਿਤ ਕਰਾਏ। ਸਾਰੇ ਗੱਲਾਂ ਕਰਦੇ ਨੇ ਕਿ ਬੀਰਜਨਾਦ ਨੇ ਅਨੁਚਿਤ ਕੰਮ ਕੀਤਾ ਹੈ, ਇਹ ਜੋਗ ਗੱਲ ਨਹੀਂ ਕੀਤੀ। ਜਾਂ ਕਹ ਸੇਵਤ ਚਾਰ ਆਚਾਰ। ਹਾਂ, ਜੜ ਤੇ ਚੇਤਨ ਜੀਵ ਜਿਹਦੀ ਸੇਵਾ ਕਰਦੇ ਨੇ, ਸਭ ਜਜਤ ਭਜਤ ਹੈ। ਹਾਂ, ਜਿਸ ਨੂੰ ਸਾਰੇ ਪੂਜਦੇ ਨੇ, ਜਿਸ ਦਾ ਸਾਰੇ ਜਾਣੇ ਭਜਨ ਕਰਦੇ ਨੇ, ਸੋ ਭਗਵਾਨ ਪ੍ਰਤੱਛ। ਹਾਂ, ਉਹ ਭਗਵਾਨ ਅੱਜ ਪ੍ਰਤੱਖ ਹੋ ਗਿਆ ਹੈ। ਕਹਿੰਦਾ ਬੀਰਜਨਾਦ ਕਹਿੰਦਾ ਭਗਵਾਨ ਭਾਵੇਂ ਸਾਰੇ ਗੱਲਾਂ ਕਰਦੇ ਨੇ ਕਿ ਬੀਰਜਨਾਦ ਨੇ ਬੜੀ ਅਨੁਚਿਤ ਗੱਲ ਕੀਤੀ ਹੈ। ਬੀਰਜਨਾਦ ਨੇ ਭਗਵਾਨ ਦੇ ਨਾਲ ਯੁੱਧ ਕੀਤਾ ਹੈ, ਪਰ ਮੈਂ ਯੁੱਧ ਕਰਕੇ ਜਿਹੜੇ ਭਗਵਾਨ ਨੂੰ ਉਹ ਪੂਜਦੇ ਨੇ, ਉਹ ਭਗਵਾਨ ਮੈਂ ਪ੍ਰਤੱਖ ਕਰ ਲਿਆ ਹੈ। हे ਸਰਬਲੋ ਭਗਵਾਨ, ਮੇਰੇ ਸਾਹਮਣੇ ਤੂੰ ਪ੍ਰਤੱਖ ਖਲੋਤਾ ਏ। ਸ਼ਸਤਰ ਅਰ ਅਸਤਰ ਚਲਾਏ। ਸ਼ਸਤਰ ਤੇ ਅਸਤਰ ਮੈਂ ਤੇਰੇ ਨਾਲ ਚਲਾਉਣਾ ਕੀਤੇ ਨੇ ਯੁੱਧ ਦੇ ਮੈਦਾਨ ਵਿੱਚ। ਬੀਤ ਗਏ ਜੁਗ ਕੋਟ। ਕਰੋੜਾਂ ਹੀ ਯੁੱਗ ਬਤੀਤ ਗਏ ਹਨ। ਕਿਨਹੋ ਨਹਿ ਦੇਖਨ ਪਾਏ। ਹਾਂ, ਸਾਰੇ ਪਰਲੇ ਦੇ ਸਮੇਂ ਵਿੱਚ ਲੀਨ ਹੋ ਗਏ ਨੇ। ਕਿਸੇ ਨੇ ਯੁੱਧ ਨਹੀਂ ਦੇਖਿਆ, ਕਿਸੇ ਨੇ ਤੇਰਾ ਦਰਸ਼ਨ ਨਹੀਂ ਕੀਤਾ। ਮੈਂ ਤੇਰਾ ਦਰਸ਼ਨ ਕੀਤਾ ਪਰਲੇ ਕਾਲ ਵਿੱਚ ਵੀ ਯੁੱਧ ਦੇ ਮੈਦਾਨ ਵਿੱਚ। ਬੀਤ ਗਏ ਜੁਗ ਕੋਟ। ਬੀਰਜਨਾਦ ਕਹਿੰਦਾ ਏ ਕਿ ਕਰੋੜਾਂ ਯੁੱਗ ਬਤੀਤ ਹੋ ਗਏ ਨੇ, ਕਰੋੜਾਂ ਯੁੱਗ ਬਤੀਤ ਗਏ ਨੇ। ਤੂੰ ਗੁਪਤ ਹੋ ਕਰਕੇ ਬੈਠਾ ਏ, ਕਿਸੇ ਨੂੰ ਪ੍ਰਗਟ ਹੋ ਕਰਕੇ ਤੂੰ ਦਰਸ਼ਨ ਨਹੀਂ ਦਿੱਤੇ। ਕਿਨਹੋ ਨਹਿ ਦੇਖਨ ਪਾਏ। ਕਿਸੇ ਨੇ ਦੇਖਣਾ ਨਹੀਂ ਕੀਤਾ, ਤੇਰਾ ਦੀਦਾਰ ਹੀ ਨਹੀਂ ਕਰ ਪਾਇਆ ਕੋਈ ਵੀ। ਕਿਸੇ ਨੇ ਯਤਨ ਨਹੀਂ ਕੀਤਾ ਤੈਨੂੰ ਪ੍ਰਗਟ ਕਰਨ ਦਾ, ਤੂੰ ਗੁਪਤ ਹੋ ਕਰਕੇ ਬੈਠਾ ਰਿਹਾ। ਸੋ ਬੈਰਾਟ ਵਿਸ਼ਵ ਰੂਪ। ਉਹ ਬੈਰਾਟ ਸਰੂਪ, ਉਹ ਵਿਸ਼ਵ ਰੂਪ, ਸਰਬਲੋ ਭਗਵਾਨ, ਜਿਹਨੂੰ ਕਰੋੜਾਂ ਯੁੱਗਾਂ ਤੱਕ ਕਿਸੇ ਨੇ ਪ੍ਰਤੱਖ ਰੂਪ ਵਿੱਚ ਦੇਖਿਆ ਨਹੀਂ, ਕੌਤਕ ਕਰਦਾ। ਤ੍ਰਿਗਨ ਕੇ ਗੋਚਰ ਆਏ। ਬੀਰਜਨਾਦਾ, ਅੱਜ ਉਹ ਤੇਰੀਆਂ ਅੱਖਾਂ ਦੇ ਸਾਹਮਣੇ ਆਇਆ ਹੈ।
ਇਹਦਾ ਆਪਣੇ ਮਨ ਨੂੰ ਸੰਬੋਧਨ ਕਰਦਾ ਪਿਆ ਏ। ਨੇਤ ਨੇਤ ਸੁਰਤ ਕਹਿਤ, ਹਾਂ, ਜਿਸ ਭਗਵਾਨ ਨੂੰ ਵੇਦ ਵੀ ਨੇਤ ਨੇਤ ਕਰਕੇ ਕਹਿੰਦੇ ਨੇ। ਸ਼ਾਸਤਰ ਸਿਮਰਿਤ ਪਰਮਾਨਤ, ਹਾਂ, 6 ਸ਼ਾਸਤਰ ਤੇ 27 ਸਿਮਰਤੀਆਂ ਪਰ ਵਿਸ਼ੇਸ਼ ਕਰਕੇ ਜਿਸ ਨੂੰ ਮੰਨਦੀਆਂ ਨੇ। ਸੋ ਦਇਆਲ ਕਹੋ ਆਜ, ਉਹ ਦਿਆਲੂ ਕਿਰਪਾਲੂ ਹੋ ਗਿਆ ਹੈ ਅੱਜ ਭਗਵਾਨ ਤੇਰੇ ਉੱਪਰ ਵੀਰ ਜਨਾਦਾ, ਤੂੰ ਧੰਨ ਹੈ। ਇਸ ਤਰੀਕੇ ਨਾਲ ਭਗਵਾਨ ਦੀਆਂ ਵਡਿਆਈਆਂ ਕਰਦਾ ਏ ਤੇ ਨਾਲੇ ਆਪਣੇ ਆਪ ਨੂੰ ਧੰਨ ਕਹਿੰਦਾ ਪਿਆ ਏ। ਗਿਆਨੀ ਚੰਦਾ ਸਿੰਘ ਜੀ ਦੀ ਜੋ ਬੀੜ ਹੈ ਲਿਖਤੀ, ਉਹਦੇ ਵਿੱਚ ਦਿਆਲ ਲੱਲੇ ਨੂੰ ਔਂਕੜ ਲੱਗੀ ਹੈ ਜੀ। ਸਮਰਹਿਤ ਬਹੁਰ ਹਕਾਰ, ਹਾਂ, ਜੰਗ ਦੇ ਮੈਦਾਨ ਵਿੱਚ ਬਹੁਰ ਫਿਰ ਤੂੰ ਲਲਕਾਰਨਾ ਕੀਤਾ ਏ। ਤੂੰ ਧੰਨ ਹੈ, ਤੂੰ ਧੰਨ ਹੈ। ਜਿਹਨੂੰ ਵੇਦ ਸ਼ਾਸਤਰ ਪੁਕਾਰਦੇ ਨੇ, ਬੇਅੰਤ ਬੇਅੰਤ ਕਰਕੇ ਕਹਿੰਦੇ ਨੇ, ਤੂੰ ਉਹ ਭਗਵਾਨ ਦੇ ਨਾਲ ਪੰਗਾ ਲਿਆ ਏ। ਦੁਨੀਆ ਵਿੱਚ ਛੋਟੇ ਮੋਟੇ ਰਾਜੇ ਨਾਲ ਪੰਗਾ ਲੈ ਲੈਣਾ ਕੋਈ ਔਖਾ ਨਹੀਂ ਹੈ, ਪਰ ਜਿਹੜਾ ਰਾਜਿਆਂ ਦਾ ਰਾਜਾ, ਮਹਾਰਾਜਿਆਂ ਦਾ ਮਹਾਰਾਜਾ ਏ, ਤੂੰ ਉਹਦੇ ਨਾਲ ਪੰਗਾ ਲਿਆ ਏ। ਇਸ ਤਰੀਕੇ ਨਾਲ ਆਪਣੇ ਮਨ ਨੂੰ ਕਹਿੰਦਾ ਪਿਆ ਏ। ਗੁਰੂ ਖਾਲਸਾ ਜੀ ਜਾ ਕਹਿ ਸਾਰਦ ਸੇਖ, ਕਮਲਾ ਨਿਤ ਸੇਵਤ, ਤਾਂ ਸੰਗ ਕੀਨੋ ਜੁਧ ਪਰਸ ਪਰ ਬਾਤ ਸੁਨਾਏ। ਬੀਰਜਨਾਦ ਆਪਣੇ ਮਨ ਨੂੰ ਸੰਬੋਧਨ ਕਰਦਾ ਏ। ਕਹਿੰਦਾ ਮਨਾ, ਜਿਹਨੂੰ ਸੁਰਸਤੀ ਸ਼ੇਸ਼ਨਾਗ ਵੀ ਚਾਹੁੰਦਾ ਏ, ਲక్ష్ਮੀ ਵੀ ਜਿਹਦੇ ਚਰਨਾਂ ਨੂੰ ਨਿਤਾਈ ਸੇਵਦੀ ਏ, ਮੈਂ ਤਿਸ ਭਗਵਾਨ ਦੇ ਨਾਲ ਯੁੱਧ ਕੀਤਾ ਏ। ਸਾਹਮਣੇ ਖਲੋ ਕੇ ਆਪਸ ਵਿੱਚ ਗੱਲਾਂ ਕੀਤੀਆਂ ਨੇ ਸਰਬਲੋ ਭਗਵਾਨ ਦੇ ਨਾਲ, ਜਿਹਨੂੰ ਸਾਰੇ ਦੇਵੀ ਦੇਵਤੇ ਚਾਹੁੰਦੇ ਨੇ। ਉਹਨੂੰ ਗਾਲਾਂ ਵੀ ਮੈਂ ਸੁਣਾਈਆਂ ਨੇ, ਉਹਨੂੰ ਕਰੜੇ ਬੋਲ ਵੀ ਮੈਂ ਸੁਣਾਏ ਨੇ, ਆਪਸ ਵਿੱਚ ਗੱਲਾਂ ਕੀਤੀਆਂ ਨੇ। ਜਾਂ ਕਹਿ ਜੋਗੀ ਸੇਵ, ਜੋਗ ਅਸ਼ਟਾਂਗ ਕਰਾਹੀ। ਅਸ਼ਟਾਂਗ ਸੱਸੇ ਦੇ ਪੈਰ ਵਿੱਚ ਟੈਂਕਾ ਏ। ਜਿਹਨੂੰ ਜੋਗੀ ਜੋਗ ਦੇ 8 ਅੰਗ ਕਰਕੇ ਸੇਵਦੇ ਨੇ, ਤਾਂ ਸੋ ਕਰ ਢੀਠਾਈ, ਉਹਦੇ ਨਾਲ ਮੈਂ ਬੇਲਿਹਾਜੀ ਕੀਤੀ ਹੈ। ਬਾਤ ਅਨੁਚਿਤ ਕਰਾਏ, ਉਹਦੇ ਨਾਲ ਮੈਂ ਅਜੋਗ ਗੱਲਾਂ, ਅਨੁਚਿਤ ਅਜੋਗ ਗੱਲਾਂ ਕੀਤੀਆਂ ਨੇ। ਮੈਂ ਚੰਗੀ ਗੱਲ ਨਹੀਂ ਕੀਤੀ। ਜਾਂ ਕਹੋ ਸੇਵਤ ਚਰ ਅਚਰ, ਸਭ ਜਜਤ ਭਜਤ ਹੈ, ਸੋ ਭਗਵਾਨ ਪ੍ਰਤੱਛ, ਸ਼ਸਤਰ ਅਰ ਅਸਤਰ ਚਲਾਏ। ਜਿਹਨੂੰ ਜੜ ਚੇਤਨ ਸੇਵਦੇ ਨੇ, ਜਿਹਦੀ ਭਜਨ ਪੂਜਾ ਅਰਚਨਾ ਕਰਦੇ ਨੇ, ਵੀਰ ਜਨਾਦਾ ਉਹ ਭਗਵਾਨ ਤੇਰੇ ਸਾਹਮਣੇ ਆਇਆ ਹੈ। ਉਹਦੇ ਨਾਲ ਤੂੰ ਸ਼ਸਤਰ ਤੇ ਅਸਤਰ ਚਲਾਉਣਾ ਕੀਤੇ ਨੇ। ਬੀਤ ਗਏ ਜੁਗ ਕੋਟ, ਕਿਨੋ ਨਹਿ ਦੇਖਣ ਪਾਏ, ਸੋ ਬੈਰਾਟ ਵਿਸ਼ਵ ਰੂਪ ਦ੍ਰਿਗਨ ਕੇ ਗੋਚਰ ਆਏ। ਕਰੋੜਾਂ ਯੁਗ ਬਤੀਤ ਗਏ, ਜਿਸ ਭਗਵਾਨ ਨੂੰ ਕਿਸੇ ਨੇ ਵੇਖਿਆ ਨਹੀਂ, ਜਿਹਦੇ ਖੁੱਲੇ ਆਮ ਕਿਸੇ ਨੇ ਕੌਤਕ ਨਹੀਂ ਵੇਖੇ, ਉਹ ਭਗਵਾਨ ਤੇਰੀਆਂ ਅੱਖਾਂ ਦੇ ਸਾਹਮਣੇ ਆਇਆ ਏ। ਵੀਰ ਜਨਾਦਾ ਤੂੰ ਧੰਨ ਹੈ, ਜਿਹਨੂੰ ਵੇਦ ਸ਼ਾਸਤਰ ਬੇਅੰਤ ਬੇਅੰਤ ਕਹਿੰਦੇ ਨੇ। ਸੋ ਦਿਆਲ ਕਹੋ ਆਜ, ਉਸ ਦਿਆਲੂ ਕਿਰਪਾਲੂ ਨੂੰ ਤੂੰ ਅੱਜ ਸਮਰਹਿਤ, ਜੰਗ ਕਰਨ ਵਾਸਤੇ ਬੌਰ ਫੇਰ ਵੰਗਾਰਿਆ ਏ। ਇੱਕ ਤੇ ਪਹਿਲਾਂ ਵੰਗਾਰਿਆ ਸੀ ਜਦੋਂ ਉਹਨੂੰ ਗਿਆਨ ਨਹੀਂ ਸੀ ਹੋਇਆ, ਇੱਕ ਜਦੋਂ ਗਿਆਨ ਹੋ ਗਿਆ, ਗਿਆਨ ਕਾਲ ਵਿੱਚ ਵੀ ਉਹਨੇ ਵੰਗਾਰਿਆ ਸਾਹਮਣੇ ਹੋ ਕਰਕੇ ਭਗਵਾਨ ਦੇ ਤਾਈਂ। ਉਹ ਕਹਿੰਦਾ ਤੂੰ ਧੰਨ ਹੈ। ਇਸ ਤਰੀਕੇ ਨਾਲ ਅਰਥ ਗੁਰੂ ਖਾਲਸਾ ਜੀ ਮੁੱਖ ਸਮਝਣਾ ਹੈ, ਇਦਾਂ ਪ੍ਰਕਰਨ ਜੋੜਨਾ ਹੈ। ਦਰਸਿਓ ਨਾਹਨ ਬ੍ਰਹਮ, ਹਾਂ, ਜਿਸ ਨੂੰ ਬ੍ਰਹਮੇ ਨੇ ਵੀ ਵੇਖਿਆ ਨਹੀਂ ਹੈ। ਗੁਰੂ ਖਾਲਸਾ ਜੀ ਜਿਹੜਾ ਬ੍ਰਹਮਾ ਹੈ, ਭਾਵੇਂ 4 ਵੇਦਾਂ ਦਾ ਕਰਤਾ ਹੈ, ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ, 4 ਵੇਦ ਵਿਖਾਣ ਦਾ ਚਤੁਰਮੁਖੀ ਹੋਏ ਖਰਾ ਸਿਆਣਾ, ਲੋਕਾਂ ਨੂੰ ਸਮਝਾਏ ਦਾ ਦੇਖ ਸੁਰਸਤੀ ਰੂਪ ਲੁਭਾਣਾ। ਇਹ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹੈ। 4 ਵੇਦਾਂ ਨੂੰ ਕਹਿਣ ਵਾਲਾ, 4 ਮੁਖਾਂ ਵਾਲਾ, ਸਗਲੀ ਲੁਕਾਈ ਨੂੰ ਤਿਆਰ ਪਰ ਤਿਆਰ ਕਰਨ ਵਾਲਾ, ਲੋਕਾਂ ਨੂੰ ਸਮਝਾਉਣ ਵਾਲਾ ਵੀ ਵੇਦਾਂ ਦਾ ਪਾਠ ਕਰੋ, ਕੁਰਾਏ ਨਾ ਚੱਲੋ। ਕੈਸਾ ਮਾੜਾ ਸਮਾਂ ਆਇਆ, ਆਪਣੀ ਧੀ ਸੁਰਸਤੀ ਨੂੰ ਵੇਖ ਕੇ ਉਹਦੇ ਤੇ ਲੁਭਾਏਮਾਨ ਹੋ ਗਿਆ।
ਉਹਦੇ ਨਾਲ ਹੀ ਮੂੰਹ ਕਾਲਾ ਕਰ ਲਿਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵੱਡਾ ਵੇ ਕਰਮੀ ਆਖੀਐ ਧੀ ਭੈਣੋਂ ਸੰਗੈ। ਸੰਸਾਰ ਵਿੱਚ ਉਹ ਵੱਡਾ ਬੇਕਰਮੀ ਸਭ ਤੋਂ ਬੁਰਾ ਮੰਦ ਕਰਮ ਕਰਨ ਵਾਲਾ ਉਹ ਪੁਰਖ ਹੈ ਜਿਹੜਾ ਆਪਣੀ ਧੀ ਭੈਣ ਤੋਂ ਵੀ ਨਹੀਂ ਸੰਗਦਾ, ਧੀ ਤੇ ਭੈਣ ਦੇ ਨਾਲ ਮੰਦ ਕਰਮ ਕਰਦਾ ਹੈ, ਉਹ ਵੱਡਾ ਬੇਕਰਮੀ ਹੈ। ਕਿਉਂਕਿ ਗੁਰੂ ਕੇ ਖਾਲਸੇ ਦੀ ਰਹਿਣੀ ਹੈ ਪਰ ਬੇਟੀ ਕੋ ਬੇਟੀ ਜਾਣੈ ਪਰ ਮਾਤਾ ਕੋ ਮਾਤ ਬਖਾਨੈ। ਪਰਾਏ ਦੀ ਬੇਟੀ ਨੂੰ ਬੇਟੀ, ਪਰਾਏ ਦੀ ਮਾਤਾ ਨੂੰ ਮਾਤਾ ਸਮਝਣਾ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਨ ਹੈ। ਇੱਕ ਨਾਰੀ ਜਿਹਦੇ ਨਾਲ ਆਨੰਦ ਕਾਰਜ ਹੋਇਆ ਹੈ ਬਸ ਉਹਦੇ ਨਾਲ ਹੀ ਸੰਸਾਰ ਦਾ ਵਿਵਹਾਰ ਕਰਨਾ ਹੈ। ਐਸਾ ਜਤੀ ਪੁਣਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਦੱਸਿਆ ਹੈ। ਪਰਾਏ ਦੀ ਧੀ ਨੂੰ ਆਪਣੀ ਧੀ ਸਮਝਣਾ ਹੈ, ਪਰਾਏ ਦੀ ਮਾਂ ਨੂੰ ਆਪਣੀ ਮਾਂ ਸਮਝਣਾ ਹੈ, ਪਰਾਏ ਦੀ ਭੈਣ ਨੂੰ ਆਪਣੀ ਭੈਣ ਸਮਝਣਾ ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਸਿੱਖਾਂ ਦੀ ਨਿਸ਼ਾਨੀ ਹੈ। ਏਡਾ ਵੱਡਾ ਬ੍ਰਹਮਾ ਹੋਇਆ ਉਹ ਵੀ ਆਪਣੀ ਧੀ ਦੇ ਪਿੱਛੇ ਲੱਗ ਗਿਆ ਤੇ ਉਹਨੇ ਵੀ ਮੂੰਹ ਕਾਲਾ ਕਰ ਲਿਆ। ਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਦਰਸ਼ਨ ਕਰਨੇ ਚਾਹੁੰਦਾ ਏ ਔਰ ਉਹ ਬ੍ਰਹਮੇ ਨੇ ਵੀ ਬੀਰਜਨਾਦ ਕਹਿੰਦਾ ਕੋਈ ਸਰਬਲੋ ਭਗਵਾਨ ਵਾਹਿਗੁਰੂ ਅਕਾਲ ਪੁਰਖ ਤੇਰੇ ਦਰਸ਼ਨਾਂ ਨੂੰ ਨਹੀਂ ਕੀਤਾ। ਬ੍ਰਹਮ ਬੱਬਾ ਇਹ ਤੇ ਥੱਥਾ ਲਿਖਿਆ ਹੋਇਆ ਹੀ ਸ਼ਾਇਦ ਬੱਬਾ ਬਣਾ ਲੈਣਾ। ਜਿਨ ਨਾਭ ਲਿਓ ਭਾਵ। ਮਹਾਰਾਜ ਕਲਗੀਧਰ ਜੀ ਕਹਿੰਦੇ ਬੀਰਜਨਾਦ ਕਹਿੰਦਾ ਮਨਾ ਜਿਹਨੇ ਵਿਸ਼ਨੂੰ ਭਗਵਾਨ ਦੀ ਨਾਭੀ ਵਿੱਚੋਂ ਜਨਮ ਲਿਆ ਸੀ, ਧੁੰਨੀ ਵਿੱਚੋਂ ਪੈਦਾ ਹੋਇਆ ਸੀ, ਭਾਵ ਮੈਨੇ ਜਨਮ, ਉਹਨੇ ਵੀ ਭਗਵਾਨ ਦੇ ਦਰਸ਼ਨ ਨਹੀਂ ਕੀਤੇ। ਸੋ ਪਦ ਕੰਜ ਹਮ ਆਜ। ਅੱਜ ਮੈਨੂੰ ਉਹ ਚਰਨ ਕਮਲਾਂ ਦੇ ਦਰਸ਼ਨ ਹੋ ਗਏ ਜਿਹੜੇ ਚਰਨ ਕਮਲਾਂ ਨੂੰ ਬ੍ਰਹਮਾ ਵੀ ਲੋਚਦਾ ਪਿਆ ਏ। ਨੇਤਰ ਸਨਮੁਖ ਦਰਸਾਇ। ਨੇਤਰਾਂ ਦੇ ਸਾਹਮਣੇ ਮੈਂ ਬੀਰਜਨਾਦਾ ਉਹ ਭਗਵਾਨ ਨੂੰ ਦੇਖ ਲੈਣਾ ਕੀਤਾ ਏ। ਮਹਾ ਪ੍ਰਲੈ ਕੋ ਰੂਪ। ਹਾਂ ਬੀਰਜਨਾਦ ਕਹਿੰਦਾ ਤੂੰ ਧੰਨ ਹੈ, ਅੱਜ ਤੂੰ ਮਹਾਪਰਲੈ ਵੀ ਵੇਖ ਲਈ ਹੈ। ਕਿਉਂਕਿ ਗੁਰੂ ਖਾਲਸਾ ਜੀ ਮਹਾਪਰਲੈ ਵਿੱਚ ਕੁਝ ਨਹੀਂ ਜੀ ਰਹਿੰਦਾ। ਜਦੋਂ ਬ੍ਰਹਮੇ ਦਾ ਦਿਨ ਚੜ੍ਹਦਾ ਏ ਉਹ ਸ੍ਰਿਸ਼ਟੀ ਸਾਜਦਾ ਏ ਤੇ ਜਦੋਂ ਰਾਤ ਪੈਂਦੀ ਹੈ ਬ੍ਰਹਮੇ ਦੀ ਉਦੋਂ ਗੁਰੂ ਖਾਲਸਾ ਜੀ ਉਹ ਪਰਲਾ ਕਰ ਲੈਂਦਾ ਏ। ਇਦਾਂ ਇਹ ਬ੍ਰਹਮੇ ਵਾਲੀ ਪਰਲੇ ਵਿੱਚ ਦੇਵੀ ਦੇਵਤੇ ਤੇ ਰਹਿੰਦੇ ਨੇ। 14 ਇੰਦਰ ਉਹਦੇ ਇੱਕ ਦਿਨ ਵਿੱਚ ਰਾਜ ਕਰ ਜਾਂਦੇ ਨੇ। ਪਰ ਜਿਹੜੀ ਮਹਾਪਰਲੈ ਇਹਦੇ ਵਿੱਚ ਸਾਰੇ ਦੇਵੀ ਦੇਵਤੇ ਤੱਤਾਂ ਵਿੱਚ ਲੀਨ ਹੋ ਜਾਂਦੇ ਨੇ ਤੇ 5 ਤੱਤ ਮਾਇਆ ਵਿੱਚ ਲੀਨ ਹੋ ਜਾਂਦੇ ਨੇ ਤੇ ਮਾਇਆ ਬ੍ਰਹਮ ਦੇ ਆਸਰੇ ਹੋ ਕਰਕੇ ਬ੍ਰਹਮ ਦੇਸ਼ ਵਿੱਚ ਟਿਕ ਜਾਂਦੀ ਹੈ। ਤੋ ਕਹਿੰਦਾ ਹੈ ਕਿ ਮਹਾਪਰਲੈ ਵਿੱਚ ਕੋਈ ਨਹੀਂ ਮਨੁੱਖ ਰਹਿੰਦਾ, ਕੋਈ ਦੇਵੀ ਦੇਵਤਾ, ਕੋਈ ਰਾਖਸ਼ ਨਹੀਂ ਰਹਿੰਦਾ, ਕੋਈ ਮਹਾਪਰਲੈ ਦਾ ਰੂਪ ਨਹੀਂ ਦੇਖ ਸਕਿਆ ਅੱਜ ਤੱਕ। ਆਜ ਹਮ ਦੇਖਿਓ ਸੌਤਕ। ਬੀਰਜਨਾਦਾ ਕਿੱਡੇ ਵੱਡੇ ਭਾਗ ਨੇ ਤੇਰੇ, ਸੌਤਕ ਮੈਨੇ ਪ੍ਰਤੱਖ। 100 ਕਹੀਏ 100 ਵਾਰੀ, ਤੱਕ ਕਹੀਏ ਤੱਕ ਕੇ ਦੇਖਿਆ ਏ। 100 ਵਾਰੀ ਤੱਕ ਕੇ ਵੇਖਿਆ, ਭਾਵ ਪ੍ਰਤੱਖ ਵੇਖਿਆ ਏ। ਅੱਜ ਤੇਰੇ ਕਿੱਡੇ ਵੱਡੇ ਭਾਗ ਨੇ। ਇਦਾਂ ਬੀਰਜਨਾਦ ਆਪਣੇ ਮਨ ਨੂੰ ਕਹਿੰਦਾ ਪਿਆ ਏ। ਤ੍ਰਿਧਾ ਰੂਪ ਜਗਦੀਸ਼। ਹਾਂ ਜੋ ਤ੍ਰਿਧਾ ਰੂਪ ਹੈ, ਰਜੋ ਤਮੋ ਸਤੋ। ਰਜੋ ਗੁਣ ਕਰਕੇ ਉਤਪਤੀ ਕਰਦਾ ਏ, ਸਤੋ ਗੁਣ ਕਰਕੇ ਪਾਲਣਾ ਕਰਦਾ ਏ, ਤਮੋ ਗੁਣ ਕਰਕੇ ਸੰਘਾਰ ਕਰਦਾ ਏ। ਤ੍ਰਿਧਾ ਰੂਪ, 3 ਗੁਣ ਜਿਸ ਦੇ ਅਧੀਨ ਹੈ ਸਾਰੇ ਜਗਤ ਦਾ ਜੋ ਈਸ਼ਵਰ ਹੈ। ਨਾਮ ਸਰਬ ਲੋਹ ਕਹਾਇ। ਉਹ ਸਰਬਲੋ ਨਾਮ ਕਹਾਰਿਆ ਹੈ, ਜਿਹੜਾ ਸਰਬ ਸਾਰਿਆਂ ਨੂੰ ਲੋਹ ਪ੍ਰਕਾਸ਼ ਕਰਨ ਵਾਲਾ ਹੈ, ਜੋ ਸਾਰਾ ਲੋਹੇ ਦਾ ਬਣਿਆ ਹੈ ਉਹ ਕਹਾਰਿਆ ਹੈ ਸਰਬਲੋ ਭਗਵਾਨ। ਜਹਾਂ ਨਾ ਤ੍ਰਿਗੁਣ ਉਪਾਦ। ਹਾਂ ਜਿੱਥੇ 3 ਗੁਣਾਂ ਦੀ ਉਪਾਧੀ ਨਹੀਂ ਹੈ, 3 ਗੁਣਾਂ ਦੀ ਉਪਾਧੀ ਤੋਂ ਰਹਿਤ ਹੈ, ਨਿਰਾਕਾਰ ਰੂਪ ਕਰਕੇ। ਨਾ ਰਾਜ ਨਾ ਤਾਮ ਨਾ ਸਤੋ ਗੁਣ ਦੀ ਉਪਾਧੀ। ਕਿਉਂਕਿ ਜਿਵੇਂ ਗੁਰੂ ਖਾਲਸਾ ਜੀ ਕੋਈ ਡਾਕਟਰ ਹੈ, ਉਹਨੂੰ ਡਾਕਟਰ ਦੀ ਉਪਾਧੀ ਮਿਲੀ ਹੈ,
ਕੋਈ ਜੱਟ ਹੈ ਉਹਨੂੰ ਜੱਟ ਦੀ ਉਪਾਧੀ ਮਿਲੀ ਹੈ, ਜਿਹੜਾ ਭਗਵਾਨ ਹੈ ਉਹਨੂੰ ਕੋਈ ਉਪਾਧੀ ਨਹੀਂ ਹੈ। 3 ਗੁਣ ਉਹਦੇ ਆਸਰੇ ਨੇ, ਪਰ 3 ਗੁਣਾਂ ਦੀ ਉਪਾਧੀ ਤੋਂ ਨਿਰਾਕਾਰ ਸਰੂਪ ਕਰਕੇ ਰਹਿਤ ਹੈ। ਆਪ ਮੋ ਆਪ ਸੁਹਾਇਓ, ਉਹ ਆਪਣੇ ਆਪ ਵਿੱਚ ਹੀ ਸ਼ੋਭਾ ਪਾ ਰਿਹਾ ਹੈ, ਆਪਣੇ ਵਿੱਚ ਆਪ ਹੀ ਸ਼ੋਭ ਰਿਹਾ ਹੈ। ਉਹ ਸਹਿ ਭੰਗ ਹੈ, ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਉਹਦੀ ਸ਼ੋਭਾ ਆਪਣੇ ਵਿੱਚ ਹੀ ਆਪਣੀ ਹੈ। ਜਿਵੇਂ ਕਹਿ ਦਿੰਦੇ ਆ ਨਾ ਵੀ ਆਹ ਕਵਲ ਦੇ ਫੁੱਲ ਵਰਗਾ ਕੋਮਲ ਹੈ, ਚੰਦਰਮੇ ਵਰਗਾ ਇਹਦਾ ਮੂੰਹ ਉਜਲ ਹੈ, ਸੂਰਜ ਵਰਗਾ ਇਹਦਾ ਤੇਜ ਪ੍ਰਤਾਪ ਹੈ, ਅਕਾਲ ਪੁਰਖ ਦੇ ਤੁਲ ਕੋਈ ਨਹੀਂ ਹੈ। ਉਹਦੀ ਆਪਣੀ ਸ਼ੋਭਾ ਆਪਣੀ ਹੀ ਹੈ। ਉਹਦੀ ਸ਼ੋਭਾ ਵਰਗਾ ਜਹਾਨ ਦੇ ਉੱਪਰ ਕੋਈ ਨਹੀਂ। ਉਹ ਆਪਣੀ ਸ਼ੋਭਾ ਵਿੱਚ ਆਪ ਹੀ ਸ਼ੋਭਾ ਪਾ ਰਿਹਾ ਹੈ। ਇਦਾਂ ਬਿਰਜਨਾਥ ਆਪਣੇ ਮਨ ਨੂੰ ਸਮਝਾ ਰਿਹਾ ਤੇ ਭਗਵਾਨ ਦੇ ਗੀਤ ਗਾ ਰਿਹਾ ਏ। ਸੋ ਬੈਰਾਟ ਵਿਸ਼ਵ ਰੂਪ, ਉਹ ਬੈਰਾਟ ਵਿਸ਼ਵ ਸਰੂਪ ਅਕਾਲ ਪੁਰਖ ਭਗਵਾਨ ਜੀ ਜਗਤ ਪ੍ਰਲੈ ਬਨ ਆਏ, ਜਗਤ ਦੀ ਪਰਲੈ ਬਣ ਕਰਕੇ ਆਏ ਨੇ। ਬੈਰਾਟ ਸਰੂਪ ਗੁਰੂ ਖਾਲਸਾ ਜੀ ਜਿਨ੍ਹਾਂ ਸਥੂਲ ਮਾਇਆਕ੍ਰਿਤ ਪਦਾਰਥ ਦਿਸ ਰਹੇ ਨੇ, ਇਹ ਭਗਵਾਨ ਦਾ ਬੈਰਾਟ ਸਰੂਪ ਹੈ। ਆਕਾਸ਼, ਚੰਦਰਮਾ, ਤਾਰੇ, ਸੂਰਜ, ਧਰਤੀ, ਜਲ, ਥਲ, ਸਮੁੰਦਰ, ਪਹਾੜ, ਪਰਬਤ, ਬਾਦਲ, ਇਹ ਸਭ ਕੁਝ ਗੁਰੂ ਖਾਲਸਾ ਜੀ ਬੈਰਾਟ ਸਰੂਪ ਹੈ। ਤੇ ਇਹ ਵਿਸ਼ਵ ਸੰਸਾਰ ਉਹ ਵਾਹਿਗੁਰੂ ਦਾ ਰੂਪ ਹੈ। ਜਿਸ ਦਾ ਸੰਸਾਰ ਰੂਪ ਹੈ ਉਹਨੂੰ ਵਿਸ਼ਵ ਰੂਪ ਕਹਿੰਦੇ ਨੇ। ਇਹ ਵਾਹਿਗੁਰੂ ਦੇ ਨਾਮ ਨੇ। ਉਹ ਬੈਰਾਟ ਸਰੂਪ ਸੰਸਾਰ ਰੂਪ ਵਾਲਾ ਹੁਣ ਜਗਤ ਦੀ ਪਰਲੈ ਬਣ ਕੇ ਆਇਆ ਹੈ। ਉਹਨੇ ਜਗਤ ਦੀ ਪਰਲੈ ਕਰ ਲਈ ਹੈ। ਕਿਉਂਕਿ ਸੱਚੇ ਪਾਤਸ਼ਾਹ ਨੇ ਲਿਖਿਆ ਹੈ ਨਾ, ਨਿਰਾਕਾਰ ਸਕਾਰਨੰ ਨਿਰਾਕਾਰ ਤ੍ਰਿਧਾ ਸਰੂਪ ਹੈ। ਇੱਕ ਨਿਰੰਕਾਰ ਹੈ ਜਿਹਦਾ ਆਕਾਰ ਕੋਈ ਨਹੀਂ, ਇੱਕ ਸਕਾਰ ਹੈ ਜਿਹੜਾ ਸਾਰੇ ਆਕਾਰਾਂ ਵਾਲਾ ਹੈ, ਇੱਕ ਨਿਰਾਕਾਰ ਹੈ, ਪਰਲੇ ਵੇਲੇ ਪਾਣੀ ਹੀ ਪਾਣੀ। ਇਹ 3 ਰੂਪ ਅਕਾਲ ਪੁਰਖ ਪਰਮੇਸ਼ਰ ਦੇ ਨੇ। ਉਹ ਕਹਿੰਦੇ ਪਹਿਲੇ ਤੇ ਉਹ ਵਿਰਾਟ ਸਰੂਪ ਸੀ, ਸੰਸਾਰ ਰੂਪ ਵਾਲਾ ਸੀ। ਹੁਣ ਉਹਨੇ ਜਗਤ ਦੀ, ਤੱਤੇ ਨੂੰ ਸਿਹਾਰੀ ਜੋ ਲੱਗੀ ਹੈ ਨਾ, ਇਹਦਾ ਅਰਥ ਹੈ ਦੀ, ਜਗਤ ਦੀ ਪਰਲੇ ਵਾਲਾ ਰੂਪ ਬਣਾ ਕਰਕੇ ਹੁਣ ਉਹ ਆ ਗਿਆ ਹੈ। ਜਗਤ ਪਰਲੇ, ਜਗਤ ਦੀ ਪਰਲੇ ਵਾਲਾ ਰੂਪ ਬਣਾ ਕਰਕੇ ਤੇ ਉਹ ਹੁਣ ਮੇਰੇ ਸਾਹਮਣੇ ਆਇਆ ਹੈ ਤੇ ਮੈਂ ਉਹਦਾ ਦੀਦਾਰ ਕਰਦਾ ਪਿਆ ਹਾਂ। ਦੇਖੀਐਤ ਵਿਸ਼ਵ ਵਿਭੂਤ, ਹਾਂ ਕਹਿੰਦੇ ਦੇਖੀਦਾ ਏ ਹੁਣ ਵਿਸ਼ਵ ਵਿਭੂਤ ਸਰਬਲੋ ਭਗਵਾਨ। ਜਿਨੰਦਰ ਤਨ ਕਾਲ ਸਮਾਵਤ, ਜਿਨੰਦਰ ਜਨਾਂ ਦਾ ਜੋ ਮਾਲਕ, ਤਨ ਮੈਨੇ ਸਰੀਰ, ਕਾਲ ਮੈਨੇ ਨਾਸ਼ਵੰਤ, ਨਾਸ਼ ਹੋਣ ਤੇ ਸਮਾਵਤ ਮੈਨੇ ਸਮਾ ਜਾਵੇਗਾ। ਦੇਖੀਏ ਵਿਸ਼ਵ ਵਿਭੂਤ। ਬੀਰਜਨਾਥ ਕਹਿੰਦਾ ਮਨਾ ਜਿਹੜਾ ਉਹਨਾਂ ਵਿਸ਼ਵ ਵਿਭੂਤ ਸਰਬਲੋ ਤੂੰ ਦੇਖਦਾ ਪਿਆ ਹੈ ਨਾ, ਤੂੰ ਦਿਸਦਾ ਪਿਆ ਹੈ। ਜਦੋਂ ਤੇਰੇ ਸਰੀਰ ਦਾ ਕਾਲ ਕੀ ਨਾਸ਼ ਹੋਣਾ ਹੈ ਨਾ, ਤੂੰ ਇਸੇ ਵਿੱਚ ਜਾ ਕਰਕੇ ਸਮਾ ਜਾਣਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਕਦੇ ਵਿਰਾਟ ਸਰੂਪ ਹੈ ਤੇ ਕਦੇ ਜਿਹੜਾ ਜਗਤ ਦੀ ਪਰਲੇ ਬਣ ਕਰਕੇ ਆ ਜਾਂਦਾ ਹੈ। ਪਹਿਲਾਂ ਉਹ ਵਿਰਾਟ ਸਰੂਪ ਸੀ, ਹੁਣ ਜਗਤ ਦੀ ਪਰਲੇ ਵਾਲਾ ਰੂਪ ਬਣ ਕੇ ਆ ਗਿਆ ਹੈ। ਜਿਹੜੀ ਨੰਨੇ ਨੂੰ ਸਿਹਾਰੀ ਲੱਗੀ ਹੈ ਨਾ ਬਣ ਦੇ, ਉਹ ਕੇ ਦੇ ਅਰਥ ਵਿੱਚ ਲੱਗੀ ਹੈ, ਬਣ ਕੇ ਆ ਗਿਆ ਹੈ। ਉਹਨਾਂ ਨੇ ਆਪਣਾ ਰੂਪ ਜਗਤ ਪ੍ਰਲੈ ਵਾਲਾ ਬਣਾ ਲੈਣਾ ਕੀਤਾ ਹੈ। ਤੇ ਜਿਹੜਾ ਹੁਣ ਤੂੰ ਸਰਬਲੋ ਭਗਵਾਨ ਵੇਖ ਰਿਹਾ ਹੈ, ਵਿਸ਼ਵ ਵਿਭੂਤ ਸਰਬਲੋ ਪਾਣੀ ਦੇ ਵਿੱਚ ਖਲੋਤਾ ਦੇਖੀਅਤ ਦੇਖਦਾ ਪਿਆ ਹੈ। ਉਸ ਜਨਿੰਦਰ ਦੇ ਵਿੱਚ ਜਦੋਂ ਤੇਰੇ ਤਨ ਦਾ ਕਾਲ ਹੋ ਗਿਆ, ਤੂੰ ਉਹਦੇ ਵਿੱਚ ਜਾ ਕੇ ਸਮਾ ਜਾਣਾ ਹੈ। ਦੱਦੇ ਨੂੰ ਲਾਂ, ਖੱਖੇ ਨੂੰ ਸਿਹਾਰੀ, ਜਈਆ ਪੂਰਾ ਤੇ ਤੱਤੇ ਨੂੰ ਸਿਹਾਰੀ। ਇਸ ਤਰੀਕੇ ਨਾਲ ਦੇਖੀਅਤ ਪਾਠ ਹੈ। ਮਹਾਕਾਲ ਹੂੰ ਕਾਲ, ਹਾਂ ਕਾਲ ਦਾ ਵੀ ਕਾਲ, ਉਹ ਮਹਾਕਾਲ ਹੈ। ਮਹਾਕਾਲ ਹੂੰ ਕਾਲ, ਕਾਲ ਦਾ ਕਾਲ ਉਹ ਮਹਾਕਾਲ ਹੈ। ਨਾਥ ਸਰਨਾਗਤ ਆਏ, ਉਸ ਨਾਥ ਦੀ ਤੂੰ ਸ਼ਰਨ ਵਿੱਚ ਚੱਲ ਕਰਕੇ ਆਇਆ ਹੈ। ਮਹਾਕਾਲ ਹੂੰ ਕਾਲ, ਕਾਲ ਦਾ ਕਾਲ ਉਹ ਮਹਾਕਾਲ ਹੂੰ ਮੈਨੇ ਹੈ। ਉਸ ਨਾਥ ਦੀ ਸ਼ਰਨ ਵਿੱਚ
ਤੂੰ ਚੱਲ ਕਰਕੇ ਆਇਆ ਹੈ। ਇਤ ਸ੍ਰੀ ਬੀਰਜਨਾਦ ਪ੍ਰਾਰਥਨਾ ਭਗਵਤ ਗੀਤਾ ਸੁਭੰ। ਹਾਂ, ਬੀਰਜਨਾਦ ਨੇ ਜੋ ਪ੍ਰਾਰਥਨਾ ਕੀਤੀ ਹੈ, ਪੱਪੇ ਦੇ ਪੈਰ ਵਿੱਚ ਰਾਰਾ ਏ, ਕੰਨਾ ਰਾਰਾ ਤਥਾ ਨੰਨੇ ਕੰਨਾ, ਇਦਾਂ ਪ੍ਰਾਰਥਨਾ ਹੈ। ਇਤ ਸ੍ਰੀ ਸੰਪੂਰਨ ਹੋਈ ਹੈ। ਜੋ ਬੀਰਜਨਾਦ ਨੇ ਮਨ ਕਰਕੇ ਆਪਣੇ ਆਪ ਨੂੰ ਧਨ ਕਿਹਾ ਏ, ਭਗਵਾਨ ਦੇ ਅੱਗੇ ਪ੍ਰਾਰਥਨਾ ਕੀਤੀ ਹੈ, ਭਗਵਾਨ ਮੇਰੇ ਤੇ ਮਿਹਰ ਕਰਕੇ ਤੂੰ ਮੈਨੂੰ ਦਰਸ਼ਨ ਬਖਸ਼ੇ ਨੇ। ਭਗਵਤ ਗੀਤਾ ਤੱਤੇ ਨੂੰ ਕੰਨਾ ਹੈ, ਇਹਦਾ ਨਾਮ ਹੈ ਭਗਵਤ ਗੀਤਾ। ਭਗਵਾਨ ਦਾ ਗੀਤ ਗਾਇਆ ਏ ਤੇ ਸੁਭੰ ਭਲਾ ਹੋਵੇ, ਜਿਹੜਾ ਇਹਨੂੰ ਪੜ੍ਹੇ ਉਹਦਾ ਭਲਾ ਹੋਵੇ। ਇਹ ਮਹਾਰਾਜ ਸਾਹਿਬ ਜੀ ਨੇ ਅਸੀਸ ਬਖਸ਼ੀ ਹੈ। ਬਿਸਨ ਪਾਦ ਸਿੰਧਵੀ ਤਰਹਿ ਦੂਜੀ ਦੈ ਧਨਸ ਟੰਕੋਰਾ। ਮਹਾਰਾਜ ਕਲਗੀਧਰ ਜੀ ਹੁਣ ਜੰਗ ਦਾ ਪ੍ਰਸੰਗ ਲਿਖਦੇ ਪਏ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੰਗ ਦੇ ਮੈਦਾਨ ਵਿੱਚ ਬੀਰਜਨਾਦ ਗਿਆ ਏ। ਹੁਣ ਪਹਿਲਾਂ ਤੇ ਬੇਨਤੀਆਂ ਕੀਤੀਆਂ ਨੇ, ਹੈ ਤੇ ਪਾਣੀ ਹੀ ਪਾਣੀ ਹੈ, ਕੋਈ ਵੱਖਰਾ ਜੰਗ ਦਾ ਮੈਦਾਨ ਥੋੜੀ ਹੈ, ਪਰ ਜੰਗ ਦੀ ਤਿਆਰੀ ਕੀਤੀ ਹੈ ਤਾਂ ਇਹ ਹੀ ਹੋ ਗਿਆ ਵੀ ਜੰਗ ਦੇ ਮੈਦਾਨ ਵਿੱਚ ਗਿਆ ਹੈ। ਉਹਨੇ ਆਪਣੇ ਹੱਥ ਦੇ ਵਿੱਚ ਧਨੁਸ਼ ਨੂੰ ਪਕੜ ਕਰਕੇ ਤੇ ਟੰਕੋਰਨਾ ਕੀਤਾ ਹੈ। ਦੈ ਧਨੁਸ਼ ਟੰਕੋਰਾ, ਇਹ ਦੱਦੇ ਨੂੰ ਦਲਾਵਾਂ ਨੇ। ਇਹ ਪੁਰਾਤਨ ਹੱਥ ਲਿਖਤ ਬੀੜਾਂ ਵਿੱਚ ਛਾਪੇ ਦੀ ਵੱਡੀ ਬੀੜ ਵਿੱਚੋਂ ਪਾਠ ਵੇਖਿਆ ਹੈ। ਧਨਖ ਦੇ ਤਾਈ ਟੰਕੋਰ ਦੇ ਕਰਕੇ ਦੈ ਦੱਦੇ ਨੂੰ ਦਲਾਵਾਂ ਨੇ। ਦਲਾਵਾਂ ਗੁਰੂ ਖਾਲਸਾ ਜੀ ਇੱਕ ਵਚਨ ਹੁੰਦੀਆਂ ਨੇ, ਲਾਂ ਬਹੁ ਵਚਨ ਹੁੰਦੀ। ਇੱਕ ਧਨਕ ਹੈ ਨਾ, ਇੱਕ ਧਨਕ ਨੂੰ ਟੰਕੋਰ ਦਿੱਤੀ ਹੈ, ਉਹਦੀ ਤੰਦੀ ਨੂੰ ਪਕੜ ਕਰਕੇ ਖਿੱਚਿਆ ਏ, ਧਨਕ ਦੇ ਤਾਈ ਟੰਕੋਰਨਾ ਕੀਤਾ ਏ। ਗਰਜ ਕਠੋਰਾ, ਬੀਰਜਨਾਦ ਗੱਜਿਆ ਏ ਜੰਗ ਦੇ ਮੈਦਾਨ ਵਿੱਚ ਕਠੋਰ ਆਵਾਜ਼ ਦੇ ਨਾਲ। ਕਾਸ਼ ਕਾਸ਼ ਕਾਸ਼ੇ, ਹਾਂ, ਆਪਣੇ ਇਸ਼ਾਰੇ ਦੇ ਤਾਈ ਜਾਂ ਕੱਛ ਕੱਛ ਕਾਸੇ ਕਾਛੇ, ਆਪਣੇ ਸਾਜੋ ਸਮਾਨ ਦੇ ਤਾਈ, ਆਪਣੇ ਇਸ਼ਾਰੇ ਦੇ ਤਾਈ ਕਸ ਕਰਕੇ ਤੇ ਜੰਗ ਦੇ ਮੈਦਾਨ ਦੇ ਵਿੱਚ ਗੱਜਿਆ ਹੈ। ਸੋਭਿਤ ਆਛੇ, ਹਾਂ, ਸੋਭਤ ਕਹੀਏ ਸੋਭਾ ਵਾਲਾ, ਆਛਾ ਕਹੀਏ ਚੰਗੀ ਚੰਗੀ ਸੋਭਾ ਵਾਲਾ ਜੋ ਬੀਰਜਨਾਦ ਹੈ, ਉਹ ਆਪਣੇ ਕੱਛ ਸਾਜੋ ਸਮਾਨ ਤੇ ਕੱਛ ਇਸ਼ਾਰੇ ਦੇ ਤਾਈ ਕਸ ਕਰਕੇ ਜੰਗ ਦੇ ਮੈਦਾਨ ਵਿੱਚ ਗੱਜਿਆ ਹੈ। ਸੋਭਤ ਗੁਰੂ ਖਾਲਸਾ ਜੀ ਜੇ ਤੱਤੇ ਨੂੰ ਸਿਹਾਰੀ ਹੋਵੇ ਫਿਰ ਇਹ ਸ਼ਬਦ ਕਿਰਿਆ ਰੂਪ ਵਿੱਚ ਆਉਂਦਾ ਹੈ। ਆਛੇ ਮੈਨੇ ਚੰਗੀ ਸ਼ੋਭਾ ਪਾ ਰਿਹਾ ਹੈ, ਚੰਗੀ ਸ਼ੋਭਾ ਵਾਲਾ ਹੈ, ਉਹਦੀ ਚੰਗੀ ਸ਼ੋਭਾ ਹੈ, ਸ਼ੋਭਦਾ ਪਿਆ ਹੈ, ਚੰਗੀ ਸ਼ੋਭਾ ਦੇ ਸਹਿਤ ਸ਼ੋਭਦਾ ਪਿਆ ਹੈ। ਇਸ ਤਰ੍ਹਾਂ ਕਿਰਿਆ ਵਿੱਚ ਸ਼ਬਦ ਆਵੇਗਾ। ਜੇ ਭੱਬੇ ਨੂੰ ਸਿਹਾਰੀ ਆਵੇ, ਤੱਤੇ ਨੂੰ ਨਾ ਆਵੇ, ਫਿਰ ਇਹ ਸੋਭਿਤ ਵਿਸ਼ੇਸ਼ਣ ਰੂਪ ਵਿੱਚ ਆਵੇਗਾ। ਇਹਦਾ ਅਰਥ ਬਣ ਜਾਂਦਾ ਸੋਭਾ ਵਾਲਾ। ਜੋ ਚੰਗੀ ਸੋਭਾ ਵਾਲਾ ਬੀਰਜਨਾਦ ਹੈ, ਉਹ ਆਪਣੇ ਕਾਸ਼ ਕਹੀਏ ਸਾਜੋ ਸਮਾਨ ਤੇ ਕਾਸ਼ ਇਸ਼ਾਰੇ ਨੂੰ ਕਸ ਕਰਕੇ ਤੇ ਕਠੋਰ ਆਵਾਜ਼ ਦੇ ਨਾਲ ਗੱਜਿਆ ਏ ਤੇ ਧਨਖ ਦੇ ਤਾਈ ਟੰਕੋਰਨਾ ਕੀਤਾ ਏ। ਧਨਖ ਨੂੰ ਟੰਕੋਰ ਦਿੱਤੀ ਹੈ, ਧਨਖ ਦੀ ਤੰਦੀ ਨੂੰ ਖਿੱਚਿਆ ਏ। ਇਸ ਤਰ੍ਹਾਂ ਸੋਭਿਤ ਆਛੇ ਇਥੋਂ ਅਰਥ ਚੁੱਕ ਕਰਕੇ ਤੇ ਸਾਰੀ ਤੁਕ ਦਾ ਅਰਥ ਕਰਨਾ ਏ। ਕਿੰਕਨ ਕਟ ਬਾਜੈ, ਮਹਾਰਾਜ ਕਲਗੀਧਰ ਜੀ ਕਹਿੰਦੇ ਲੱਕ ਦੇ ਨਾਲ ਬੱਧੀ ਹੋਈ ਤੜਾਗੀ ਉਹ ਆਵਾਜ਼ ਕਰਦੀ ਪਈ ਹੈ। ਤਨ ਦੁੱਤ ਰਾਜੈ, ਤਨ ਸਰੀਰ ਦੀ ਦੁੱਤ ਸ਼ੋਭਾ ਰਾਜਾ ਸ਼ੋਭਦੀ ਪਈ ਹੈ। ਭੁਜ ਠੋਕਤ ਤਾਲੰ, ਹਾਂ, ਭੁਜ ਬਾਹਾਂ ਦੇ ਤਾਈ ਠੋਕ ਕਰਕੇ ਤੇ ਤਾਲੰਗ ਤਾੜੀਆਂ ਵਜਾਉਂਦਾ ਪਿਆ ਏ। ਜੰਗ ਦੇ ਮੈਦਾਨ ਵਿੱਚ ਕਲਕਾਰੀਆਂ ਮਾਰਦਾ ਪਿਆ ਏ। ਜੁੱਧ ਉਤਾਲੰ, ਯੁੱਧ ਦੇ ਲਈ ਉਤਾਲੰ ਕਹੀਏ ਕਾਲਾ ਏ। ਕੈਬਰ ਸੰਧਾਨਿਓ, ਤੀਰ ਦੇ ਤਾਈ ਸਿੰਨਣਾ ਕੀਤਾ ਏ। ਹਰ ਦਿਸ ਤਾਨਿਓ, ਸਰਬਲੋ ਭਗਵਾਨ ਦੀ ਦਿਸ਼ਾ ਵੱਲ ਨੂੰ ਤਾਨਣਾ ਕੀਤਾ ਏ। ਰੇਸ ਕਰ ਗਰਜਿਓ, ਗੁੱਸਾ ਕਰਕੇ ਗੱਜਿਆ ਏ। ਕਿਨੂ ਨਾ ਵਰਜਿਓ, ਕਿਸੇ ਨੇ ਬੀਰਜਨਾਦ ਨੂੰ ਵਰਜਿਆ ਨਹੀਂ ਕਿ ਭਗਵਾਨ ਦੇ ਅੱਗੇ ਗੱਜਦਾ ਪਿਆ ਏ, ਕੁਝ ਸ਼ਰਮ ਕਰ।
ਵਰਜਿਓ ਦਾ ਜ ਅੱਧਾ ਏ। ਹਾਠ ਰਨ ਕੀਨਾ ਯੁੱਧ ਦੇ ਮੈਦਾਨ ਲਈ ਬਹੁਤਾ ਹੱਠ ਕੀਤਾ ਏ। ਜੁੱਧ ਪਰਬੀਨਾ ਯੁੱਧ ਦੇ ਮੈਦਾਨ ਲਈ ਬਹੁਤਾ ਸਿਆਣਾ ਏ। ਪੱਟਾ ਪਰਮਾਵਤ ਯੁੱਧ ਦੇ ਮੈਦਾਨ ਵਿੱਚ ਖੰਡਾ ਪੱਟਾ ਭਰਮਾਉਂਦਾ ਪਿਆ ਏ। ਸਾਂਗ ਨਚਾਵਤ ਬਰਛੀ ਨੂੰ ਨਚਾਉਂਦਾ ਪਿਆ ਏ। ਬਰਛੀ ਦੇ ਦਾਅ ਘਾਹ ਕਰਦਾ ਪਿਆ ਏ। ਫਰੀ ਕੁਠਾਰਾ ਹਰੀ ਗੁਰੂ ਖਾਲਸਾ ਜੀ ਢਾਲੇ ਨੂੰ ਕਹਿੰਦੇ ਨੇ। ਢਾਲਾ ਫੜ ਕੇ ਕੁਠਾਰਾ ਕੁਹਾੜਾ ਫੜ ਕਰਕੇ ਦਾਅ ਘਾਹ ਯੁੱਧ ਦੇ ਮੈਦਾਨ ਵਿੱਚ ਕਰਦਾ ਪਿਆ ਏ। ਧੋਪ ਕਟਾਰਾ ਧੋਪ ਕਿਰਪਾਨ ਤੇ ਕਟਾਰ ਪਕੜ ਕਰਕੇ ਯੁੱਧ ਦੇ ਮੈਦਾਨ ਵਿੱਚ ਪੈਂਤੜੇ ਕੱਢਦਾ ਪਿਆ ਏ। ਸਹਿਥੀ ਜਮਦਾਰਾ ਜਮਦਾਰਾ ਕਟਾਰ ਤੇ ਸਹਿਤੀ ਬਰਸ਼ੀ ਨੂੰ ਪਕੜ ਕੇ ਕਿਰਪਾਨ ਸੁਧਾਰਾ ਕਿਰਪਾਨ ਨੂੰ ਸੁਧਾਰਾ ਤਿਆਰ ਬਰ ਤਿਆਰ ਕਰਕੇ ਯੁੱਧ ਦੇ ਮੈਦਾਨ ਲਈ ਉਤਸ਼ਾਹਤ ਹੋ ਰਿਹਾ ਏ। ਜੰਬੂਆ ਗੁਲੇਲਾ ਜੰਬੂਆ ਗੁਰੂ ਖਾਲਸਾ ਜੀ ਪਿਸਤੌਲ ਨੂੰ ਕਹਿੰਦੇ ਨੇ ਤੇ ਇਸੇ ਤਰ੍ਹਾਂ ਗੁਲੇਲਾ ਗੁਲੇਲ ਨੂੰ ਕਹਿੰਦੇ ਨੇ। ਪਿਸਤੌਲ ਤੇ ਗੁਲੇਲ ਪਕੜ ਕਰਕੇ ਜੰਗ ਦੇ ਮੈਦਾਨ ਵਿੱਚ ਸੈਫ ਨਕੇਲਾ ਸੈਫ ਗੁਰੂ ਖਾਲਸਾ ਜੀ ਤੀਰ ਦਾ ਨਾਮ ਹੈ। ਸੈਫ ਨਾਮ ਤਲਵਾਰ ਦਾ ਵੀ ਹੈ। ਨੁਕੇਲਾ ਜੋ ਨੋਕਦਾਰ ਹੈ, ਬੜੀ ਤਿੱਖੀ ਕਿਰਪਾਨ ਹੈ। ਤੇ ਨੋਕਦਾਰ ਜੋ ਤੀਰ ਹੈ, ਕਿਉਂਕਿ ਸੈਫ ਤੀਰ ਦੀ ਵੀ ਕਿਸਮ ਹੁੰਦੀ ਹੈ ਤੇ ਤਲਵਾਰ ਦੀ ਵੀ ਕਿਸਮ ਹੁੰਦੀ ਹੈ। ਗੂਫਨ ਗੁਰਜ ਪੱਟਾ ਹਾਂ, ਗੂਫਨ ਗੱਗੇ ਨੂੰ ਦਲੰਕੜਾ ਨੇ। ਗੂਫਨ ਗੋਪੀਏ ਦਾ ਨਾਮ ਹੈ। ਗੁਰਜ ਤੇ ਪੱਟਾ ਜੰਗ ਦੇ ਮੈਦਾਨ ਵਿੱਚ ਭਰਮਾਉਂਦਾ ਪਿਆ ਏ। ਗੁਰਹਿ ਬਨੱਟਾ ਹਾਂ, ਗੁਰਹਿ ਭਾਰੀ ਬਨੱਟਾ ਮਰਹਟੀ ਜੰਗ ਦੇ ਮੈਦਾਨ ਵਿੱਚ ਫੇਰਦਾ ਪਿਆ ਏ। ਮਾਤਾ ਜੀ ਗਿਆਨੀ ਚੰਦਾ ਸਿੰਘ ਜੀ ਹੋਰ ਲਿਖਤੀ ਬੀੜਾਂ ਵਿੱਚ ਇੱਥੇ ਬਨੱਟਾ ਹੀ ਪਾਠ ਹੈ। ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ ਮਹਾਂਪੁਰਖਾਂ ਨੇ ਜਦੋਂ ਸਰਬਲੋ ਜੀ ਦੀ ਸੰਥਿਆ ਕਰਾਈ ਸੀ, ਉਹਨਾਂ ਦਾ ਖਿਆਲ ਸੀ ਵੀ ਇੱਥੇ ਬਨੱਟਾ ਚਾਹੀਦਾ ਹੈ। ਪਰ ਲਿਖਤੀ ਬੀੜਾਂ ਵਿੱਚ ਦਰਸ਼ਨ ਕੀਤਾ ਇੱਥੇ ਬਨੱਟਾ ਹੀ ਪਾਠ ਹੈ। ਤੇ ਗੁਰੂ ਖਾਲਸਾ ਜੀ ਤੇ ਜਦੋਂ ਅਰਥ ਕਰਨਾ ਹੈ ਉਦੋਂ ਬਨੱਟਾ ਸਮਝ ਲੈਣਾ ਹੈ। ਮਰਹਟੀ ਦਾ ਅਰਥ ਕਰ ਲੈਣਾ ਹੈ। ਚਾਲ ਦੇ ਨਾਲ ਪੱਟਾ ਤੇ ਬਨੱਟਾ ਇਸੇ ਤਰੀਕੇ ਨਾਲ ਹੀ ਪਾਠ ਕਰ ਲੈਣਾ ਹੈ। ਸੂਆ ਕਰੌਲੀ ਹਾਂ, ਸੂਆ ਤੇ ਕਰੌਲੀ ਤਲਵਾਰ ਦਾ ਨਾਮ ਹੈ। ਬੱਜਰ ਬਿਸ਼ੌਲੀ ਹਾਂ, ਬੱਜਰ ਲੋਹੇ ਦੀ ਸਰਬ ਲੋਹੇ ਦੀ ਬਿਸ਼ੌਲੀ ਤਲਵਾਰ। ਪਿਸਤਲ ਹੱਥ ਨਾਲ ਬੱਜਰ ਗੁਰੂ ਖਾਲਸਾ ਜੀ ਪੱਥਰ ਦਾ ਵੀ ਅਰਥ ਹੁੰਦਾ ਏ। ਸਰਬਲੋ ਭਗਵਾਨ ਵਿੱਚ ਬੱਜਰ ਲੋਹੇ ਦੇ ਅਰਥ ਵਾਸਤੇ ਵੀ ਪਦ ਮਹਾਰਾਜ ਨੇ ਵਰਤਿਆ ਏ। ਪਿਸਟਲ ਹੱਥ ਨਾਲ ਪਿਸਤੌਲ ਤੇ ਬੰਦੂਕਾਂ ਪਕੜ ਕੇ ਤੁਪਕ ਜੰਜਾਲਾ ਹਾਂ, ਤੁਪਕ ਤੋਪ ਤੇ ਜੰਜਾਲਾ ਜੰਜੀਰਾਂ ਵਾਲੀਆਂ ਤੋਪਾਂ ਬੰਦੂਕਾਂ ਫੜ ਕੇ ਬੰਦੂਕ ਧਮਾਕਾ ਬੰਦੂਕ ਦੇ ਨਾਲ ਧਮਾਕੇ ਕੀਤੇ ਨੇ। ਤਰਸੂਲਨ ਮਾਠਾ ਤਰਸੂਲ ਫੜੇ ਨੇ ਜਿਹੜੇ ਮਾਠਾ ਸਾਨ ਤੇ ਲਾਏ ਹੋਏ ਨੇ। ਜਗਤੀ ਅਸ ਢਾਰਾ ਜਗਤੀ ਗੁਰੂ ਖਾਲਸਾ ਜੀ ਤਲਵਾਰ ਦਾ ਨਾਮ ਹੈ। ਅਸ ਵੀ ਤਲਵਾਰ ਤੇ ਜਗਤੀ ਚੰਦਰਾਕਾਰ ਦੀ ਅਸ ਤਲਵਾਰ ਤੇ ਢਾਰਾ ਢਾਲ ਫੜੀ ਹੈ। ਕਰਦ ਕੁਠਾਰਾ ਕਰਦ ਦੇ ਆਕਾਰ ਦੀ ਕਿਰਪਾਨ ਤੇ ਕੁਠਾਰਾ ਕੁਹਾੜੀ ਫੜੀ ਹੈ। ਪੰਜ ਪਰੇਲੇ ਪਰੀਲੀ ਉੱਡਣ ਵਾਲੇ ਪੰਜ ਤੀਰ ਪਕੜੇ ਹਨ, ਪੰਛੀਆਂ ਵਰਗੇ ਉੱਡਣ ਵਾਲੇ। ਸਾਂਗ ਸਹਿਕੀਲੀ ਹਾਂ, ਸਹਿਕੀਲੀ ਨਿਗਲ ਕੀਤੀ ਹੋਈ ਬਰਛੀ ਪਕੜੀ ਹੈ। ਛਿਪਰ ਸਕੇਲਾ ਛਿਪਰ ਢਾਲਾ ਤੇ ਸਕੇਲਾ ਤਲਵਾਰ ਪਕੜੀ ਹੈ। ਸ਼ਾਹੀ ਸੇਲਾ ਸ਼ੌਹੀ ਛਵੀਆਂ ਤੇ ਸੇਲਾ ਬਰਛਾ ਪਕੜਿਆ ਏ ਕਿਸੇ ਹੱਥ 'ਚ। ਖੰਜਰ ਜਮਦਾਰਾ ਹਾਂ, ਖੰਜਰ ਤੇ ਜਮਦਾਰਾ ਕਟਾਰ ਪਕੜੀ ਹੈ। ਤੇਗ ਦੁਧਾਰਾ ਦੁਧਾਰਾ ਖੰਡਾ ਕਿਸੇ ਹੱਥ ਵਿੱਚ ਤੇ ਕਿਸੇ ਹੱਥ ਵਿੱਚ ਤੇਗਾ ਪਕੜਿਆ ਏ। ਪਰਸ ਖਤੰਗੀ ਹਾਂ, ਪਰਸ ਕੁਹਾੜਾ ਤੇ ਖਤੰਗੀ ਤੀਰ ਪਕੜੇ ਨੇ। ਨਾਵਕ ਚੰਗੀ ਤੀਰ ਮਾੜੇ ਨਹੀਂ, ਚੰਗੀ ਕਿਸਮ ਦੇ ਤੀਰ ਪਕੜੇ ਨੇ ਜਿਹੜੇ ਬੁੱਕ ਜਿੰਨੇ ਚੌੜੇ ਨੇ। ਨਾਚੁਕ ਬਨੈਟੇ ਨਾਜ਼ੁਕ ਤੀਰ ਤੇ ਬਨੈਟੀ ਮਰਹਟੀ ਕਿਸੇ ਹੱਥ ਵਿੱਚ ਹੈ। ਸੂਆ ਸਫੈਟੇ ਸਫੈਟੀ ਤੇਗ ਹੈ। ਸੂਆ ਹੈ ਕਿਸੇ ਹੱਥ ਵਿੱਚ। ਕਿਰਪਾਨ ਭਗਉਤੇ ਕਿਸੇ ਹੱਥ ਵਿੱਚ ਭਗਉਤੀ ਹੈ, ਕਿਰਪਾਨ ਹੈ। ਇੱਥੇ ਭਗਉਤੀ ਦਾ ਅਰਥ ਕਿਰਪਾਨ ਸਮਝਣਾ ਹੈ। ਕਿਰਪਾਨ ਦਾ ਵਿਸ਼ੇਸ਼ਣ ਭਗਉਤੀ ਲਿਖਿਆ ਏ। ਸੁਭਗ ਸੁਹੌਤੇ ਸੁਭਗ ਸੁੰਦਰ ਸੁਹੌਤੀ ਮੈਨੇ ਸ਼ੋਭਦੀ ਹੈ। ਜਿਹੜੀ ਕਿਰਪਾਨ ਹੈ ਹੱਥ ਵਿੱਚ ਪਕੜੀ ਹੋਈ ਭਗਉਤੀ। ਕਵੰਡ ਕੁਠਾਰਾ ਹਾਂ, ਕਵੰਡ ਨਾਮ ਧਨਖ ਦਾ ਹੈ।
ਕੁਠਾਰਾ ਨਾਮ ਕੁਹਾੜੇ ਦਾ ਹੈ। ਸਹੌਤੀ ਸੱਸੇ ਨੂੰ ਔਂਕੜਾ ਹੋੜਾ ਨਹੀਂ ਹੈ। ਸ਼ੋਭਨ ਦਾ ਅਰਥ ਸਮਝਣਾ ਏ। ਧਨਖ ਨਹਾਰਾ ਹਾਂ ਧਨਖ ਨਾ ਹਾਰਨ ਵਾਲਾ, ਭਾਵ ਯੁੱਧ ਦੇ ਮੈਦਾਨ ਦੇ ਵਿੱਚ ਜਿਹੜਾ ਤੀਰ ਛੱਡੀ ਹੀ ਜਾਵੇ, ਜਿਹਦੀ ਤੰਦੀ ਨਾ ਟੁੱਟੇ। ਚੰਗਾ ਕਾਮਯਾਬ ਯੁੱਧ ਦੇ ਮੈਦਾਨ ਵਿੱਚ ਜਿਹੜਾ ਧਨਖ ਹੈ ਨਾ, ਉਹ ਪਕੜਿਆ ਹੈ। ਜਾਂ ਚੰਗੀ ਨਹਾਰ ਵਾਲਾ, ਚੰਗੀ ਦੇਖ ਵਾਲਾ ਧਨਖ ਪਕੜਿਆ ਹੈ। ਨਹਾਰਾ ਵੇਖਿਆ ਜਾਂਦਾ ਏ ਕਿਸੇ ਹੱਥ ਵਿੱਚ ਧਨਖ। ਪੰਚ ਸੁਰੰਗੇ ਹਾਂ ਐਸਾ ਧਨਖ ਪਕੜਿਆ ਏ ਜਿਹੜਾ ਯੁੱਧ ਦੇ ਮੈਦਾਨ ਵਿੱਚ ਹਾਰਦਾ ਨਹੀਂ ਹੈ। ਜਿਸ ਧਨਖ ਦੀ ਪੰਚ ਮਹਿਣੇ ਤੰਦੀ, ਸੁਰੰਗੀ ਮਹਿਣੇ ਸੋਹਣੀ ਹੈ, ਚੰਗੀ ਰੰਗਦਾਰ ਮਜ਼ਬੂਤ ਹੈ, ਐਸਾ ਧਨਖ ਪਕੜਿਆ ਹੈ। ਛੱਕੇ ਫਿਰੰਗੇ ਹਾਂ ਛੱਕੇ ਸ਼ੋਭਦਾ ਪਿਆ ਹੈ। ਫਰੰਗੀ ਕਹੀਏ ਬੜੀ ਚਲਾਕੀ ਵਾਲਾ ਵੀਰ ਜਨਾਦ। ਲੈਸ ਨਵੀਨੇ ਲੈਸ ਮੈਨੇ ਤਨੀਆਂ, ਜਿਹੜੀਆਂ ਭੱਥੇ ਦੀਆਂ ਤਨੀਆਂ ਨੇ ਉਹ ਨਵੀਆਂ ਨੇ। ਪੁਰਾਣੀਆਂ ਤਨੀਆਂ ਲਾ ਕੇ ਨਵੀਆਂ ਤਨੀਆਂ ਨਵੇਂ ਗਾਤਰੇ ਪਾਏ ਨੇ। ਤੂਨਨ ਚੀਨੇ ਤੂਨਨ ਭੱਥਾ ਇਸ ਤਰੀਕੇ ਦੇ ਨਾਲ ਸੋਹਣੀਆਂ ਤਨੀਆਂ ਨਾਲ ਬੱਧਾ ਚੀਨੀ ਮੈਨੇ ਵੇਖ ਲਓ ਆਪਣੇ ਅਨੁਭਵ ਨਾਲ ਗੁਰੂ ਖਾਲਸਾ ਜੀ। ਖਪਰਾ ਪਰਿਆਲੇ ਹਾਂ ਖਪਰਾ ਬੁੱਕ ਜਿੰਨਾ ਚੌੜਾ, ਪਰਿਆਲੀ ਪਰਾਂ ਵਾਲਾ ਤੀਰ। ਪਰੇ ਪਛਾਲੇ ਹਾਂ ਪਰੀ ਮੈਨੇ ਪਰੀਆਂ ਨੂੰ, ਪਛਾਲੀ ਕਹੀਏ ਪਛਾੜਨ ਵਾਲੇ ਜਿਹੜੇ ਤੀਰ ਨੇ, ਜਿਹੜੇ ਪਰਾਂ ਵਾਲੇ ਖਪਰੇ ਤੀਰ ਨੇ, ਉਹ ਤੂਨਨ ਭੱਥੇ ਵਿੱਚ ਪਾਏ ਨੇ। ਚੱਕਰ ਤਰਸੂਲਾ ਕਿਸੇ ਹੱਥ ਵਿੱਚ ਚੱਕਰ, ਕਿਸੇ ਹੱਥ ਵਿੱਚ ਤਰਸੂਲ ਪਕੜਿਆ ਏ। ਅਦਭੁਤ ਸ਼ੂਲਾ ਇੱਥੇ ਅਦਭੁਤ ਦੱਦੇ ਨਾਲ ਹੈ ਪਾਠ। ਮਾਤਾ ਜੀ ਗਿਆਨੀ ਚੰਦਾ ਸਿੰਘ ਦੀ ਬੀੜ ਵਿੱਚ, ਨਨਕਿਆਣੇ ਵਾਲੀ ਵਿੱਚ, ਬੁੱਢੇ ਦਲ ਦੇ ਸੁਨਹਿਰੀ ਬੀੜ ਵਿੱਚ, ਪਾਠ ਬੋਧ ਵਿੱਚ ਗਿਆਨੀ ਸਿੰਘਾਂ ਨੇ ਇਹ ਪਾਠ ਕੀਤਾ ਸੀ। ਸ਼ੂਲਾ ਮੈਨੇ ਤੀਰ ਵੀ ਹੈ, ਸ਼ੂਲਾ ਦਾ ਅਰਥ ਤਲਵਾਰ ਵੀ ਹੈ, ਸ਼ੂਲਾ ਦਾ ਅਰਥ ਛੁਰੀ ਵੀ ਹੈ। ਅਸਚਰਜ ਤਲਵਾਰ ਹੈ, ਅਸਚਰਜ ਤੀਰ ਹੈ, ਅਸਚਰਜ ਛੁਰੀ ਹੱਥ ਵਿੱਚ ਪਕੜੀ ਹੋਈ ਸ਼ੋਭਦੀ ਪਈ ਹੈ। ਸ਼ੂਲਾ ਦੇ ਦੋ ਡੰਡੇ ਲਗਾ ਲਵੋ। ਤੀਸ਼ਨ ਤਲਵਾਰਾ ਹਾਂ ਤਿੱਖੀਆਂ ਤਲਵਾਰਾਂ ਕਈ ਹੱਥਾਂ 'ਚ ਪਕੜੀਆਂ ਨੇ। ਤ੍ਰਿਸ਼ ਗਜਾਰਾ ਹਾਂ ਤ੍ਰਿਛ ਮੈਨੇ ਤਿੱਖੇ, ਗਜਾਰਾ ਮੈਨੇ ਨੇਜੇ ਪਕੜੇ ਨੇ। ਇਹ ਗੁਰੂ ਖਾਲਸਾ ਜੀ ਤ੍ਰਿਛ ਪਾਠ ਹੈ। ਤੱਤੇ ਦੇ ਪੈਰ ਵਿੱਚ ਰਾਰਾ, ਉੱਤੇ ਅਧਿਕ ਤੇ ਛੱਛਾ, ਤੱਤੇ ਨੂੰ ਸਿਹਾਰੀ। ਮਾਤਾ ਜੀ ਦੇ ਸਥਾਨ ਤੇ ਜੋ ਬੀੜ ਹੈ, ਗਿਆਨੀ ਚੰਦਾ ਸਿੰਘ ਜੀ ਦੀ ਜੋ ਲਿਖਤੀ ਬੀੜ ਹੈ, ਉਹਦੇ ਵਿੱਚ ਤ੍ਰਿਛ ਹੈ। ਖੱਖੇ ਦੀ ਜਗ੍ਹਾ ਤੇ ਛੱਛਾ, ਤ੍ਰਿਖ ਦੀ ਜਗ੍ਹਾ ਤੇ ਤ੍ਰਿਛ ਲਿਖਿਆ ਹੈ। ਇਹ ਗੁਰੂ ਖਾਲਸਾ ਜੀ ਭਾਸ਼ਾ ਦਾ ਨਿਯਮ ਹੈ। ਖੱਖੇ ਦੀ ਜਗ੍ਹਾ ਤੇ ਛੱਛਾ, ਛੱਛੇ ਦੀ ਜਗ੍ਹਾ ਤੇ ਖੱਖਾ ਲਿਖਿਆ ਜਾਂਦਾ ਹੈ। ਜਿਵੇਂ ਬਸੇਖ ਤੇ ਵਿਸ਼ੇਸ਼, ਇਸ ਤਰੀਕੇ ਨਾਲ ਇਹ ਤ੍ਰਿਖ ਦੀ ਜਗ੍ਹਾ ਤੇ ਤ੍ਰਿਛ ਲਿਖਿਆ ਹੈ। ਗਜਾਰਾ ਮੈਨੇ ਨੇਜਾ, ਤਿੱਖਾ ਨੇਜਾ ਪਕੜਿਆ ਹੈ। ਤਰਕਸ ਮਾਜਿੰਦਰੇ ਹਾਂ ਮਾਜਿੰਦਰੀ, ਮਾਜਿੰਦਰ ਦੇਸ਼ ਦਾ ਪੱਥਾ ਪਾਇਆ ਹੈ। ਕਮਾਨ ਕਾਲਿੰਜਰੇ ਕਾਲਿੰਜਰ ਦੇਸ਼ ਦਾ ਕਮਾਨ ਪਕੜਿਆ ਹੈ। ਪਰਸਾ ਚੀਨੀ ਇਦਾਂ ਹੀ ਕੁਹਾੜਾ ਜਾਣ ਲਓ। ਖੰਜਰ ਡੀਨੇ ਦੀਨ ਦੇਸ਼ ਦਾ ਖੰਜਰ ਹੈ। ਆਯੁਧ ਕਾਲਿੰਜਰ ਦੇਸ਼ ਦਾ ਹੀ ਪਰਸਾ ਜਾਣ ਲਵੋ। ਇਦਾਂ ਹੀ ਆਯੁਧ ਬਹੁ ਭਾਂਤਾ ਬਹੁਤੇ ਭਾਂਤਾਂ ਦੇ ਸ਼ਸਤਰ ਨੇ। ਭਾਂਤਾਂ ਦੇ ਬਿੰਦੀ ਇੱਕ ਭੱਬੇ ਕੰਨੇ ਦੇ ਉੱਪਰ ਗਿਆਨੀ ਚੰਦਾ ਸਿੰਘ ਦੀ ਭੀੜ ਵਿੱਚੋਂ ਦਰਸ਼ਨ ਕੀਤੇ ਸਨ। ਸ਼ਸਤਰ ਵਿਖਿਆਤਾ ਸ਼ਸਤਰ ਜਿਹੜੇ ਪ੍ਰਗਟ ਹੀ ਪਕੜੇ ਹਨ। ਸਜੇ ਸੋ ਬਾਹੂ ਸ੍ਰੇਸ਼ਟ ਬਾਹਾਂ ਦੇ ਵਿੱਚ ਸਜਦੇ ਨੇ। ਸ਼ਸਤਰ ਸ੍ਰੇਸ਼ਟ ਹੱਥਾਂ ਵਿੱਚ ਜਾਂ ਸ੍ਰੇਸ਼ਟ ਬਾਹਾਂ ਵਾਲਾ ਜੋ ਵੀਰ ਜਨਾਦ ਉਹ ਸਜਦਾ ਹੈ। ਅਨੇਕਾਂ ਬਾਹਾਂ ਨੇ, ਅਨੇਕਾਂ ਬਾਹਾਂ 'ਚ ਇਦਾਂ ਸ਼ਸਤਰ ਪਕੜੇ ਨੇ। ਨਿਸ਼ਚਰ ਨਾਹੂ ਨੇਚਰ ਨਾਹੂ ਵੀਰ ਜਨਾਦ ਜੋ ਦੰਤਾਂ ਦਾ ਮਾਲਕ ਹੈ। ਆਯੁਧ ਬਹੁ ਭਾਂਤਾ ਸ਼ਸਤਰ ਵਿਖਿਆਤਾ, ਸਜੇ ਸੋ ਬਾਹੂ ਨਿਸ਼ਚਰ ਨਾਹੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।